ਐਲੀ ਵਿਜ਼ਲ ਦਾ ਨਾਵਲ ਹੈ ਰਾਤ। ਅਨੁਵਾਦਕ ਹਨ ਗੁਰਚਰਨ ਸਿੰਘ ਜੈਤੋ। ਚੌਥਾ ਭਾਗ। ਸਰਦੀਆਂ ਆ ਪਹੁੰਚੀਆਂ ਸਨ। ਦਿਨ ਤਾਂ ਛੋਟੇ ਹੋ ਗਏ, ਪਰ ਰਾਤਾਂ ਸਾਡੇ ਵੱਸੋਂ ਬਾਹਰ ਹੋ ਗਈਆਂ ਲੱਗਦੀਆਂ ਸਨ, ਜਿਵੇਂ ਕਦੇ ਖਤਮ ਹੀ ਨਹੀਂ ਹੋਣਗੀਆਂ। ਸਵੇਰੇ ਸਵੇਰੇ ਅੰਤਾਂ ਦੀਆਂ ਠੰਡੀਆਂ ਹਵਾਵਾਂ ਸਾਨੂੰ ਛਾਂਟੇ ਮਾਰਦੀਆਂ ਲੱਗਦੀਆਂ। ਸਾਨੂੰ ਗਰਮ ਕੱਪੜੇ ਦਿੱਤੇ ਗਏ, ਜਿਹੜੇ ਆਮ ਨਾਲੋਂ ਥੋੜ੍ਹੇ ਮੋਟੇ ਸਨ ਤੇ ਧਾਰੀਆਂ ਵਾਲੇ ਸਨ। ਕਮੀਜ਼ ਧਾਰੀਦਾਰ। ਵੱਡੇ ਤਜਰਬੇਕਾਰ ਕੈਦੀਆਂ ਨੂੰ ਮਜ਼ਾਕ ਕਰਨ ਲਈ ਇੱਕ ਹੋਰ ਬਹਾਨਾ ਮਿਲ ਗਿਆ ਸੀ। ਹੁਣ ਤੁਹਾਨੂੰ ਕੈਂਪ ਦਾ ਅਸਲੀ ਸਵਾਦ ਪਤਾ ਲੱਗੇਗਾ। ਅਸੀਂ ਸਵੇਰੇ ਕੰਮ ਲਈ ਆਮ ਵਾਂਗ ਤਿਆਰ ਸਾਂ। ਸਾਡੇ ਸਰੀਰ ਠੰਡ ਨਾਲ ਸੁੰਨ ਹੋ ਚੁੱਕੇ ਸਨ। ਉੱਤੋਂ ਪੱਥਰ ਇੰਨੇ ਠੰਡੇ ਸਨ ਕਿ ਲੱਗਦਾ ਸੀ ਕਿ ਸਾਡੇ ਹੱਥ ਉਹਨਾਂ ਨਾਲ ਚਿਪਕੀ ਜਾਣਗੇ ਜੇ ਕਦੇ ਵੀ ਅਸੀਂ ਉਹਨਾਂ ਨੂੰ ਹੱਥ ਵੀ ਲਾਏ। ਪਰ ਤੁਹਾਨੂੰ ਹਰ ਗੱਲ ਦੀ ਆਦਤ ਪੈ ਜਾਂਦੀ ਹੈ। ਕ੍ਰਿਸਮਸ ਵਾਲੇ ਦਿਨ ਤੇ ਨਵੇਂ ਸਾਲ ਵਾਲੇ ਦਿਨ ਕੋਈ ਕੰਮ ਨਹੀਂ ਸੀ ਹੁੰਦਾ। ਸਾਨੂੰ ਥੋੜ੍ਹਾ ਜਿਹਾ ਹੋਰ ਗਾੜਾ ਸੂਪ ਮਿਲਣ ਲੱਗ ਪਿਆ ਸੀ। ਜਨਵਰੀ ਦੇ ਅੱਧ ਤੱਕ ਮੇਰਾ ਸੱਜਾ ਪੈਰ ਸੁੱਜਣ ਲੱਗ ਪਿਆ ਸੀ। ਬਹੁਤੀ ਠੰਡ ਕਰਕੇ ਮੇਰੇ ਕੋਲੋਂ ਸੱਜਾ ਪੈਰ ਹੇਠਾਂ ਨਹੀਂ ਸੀ ਰੱਖਿਆ ਜਾ ਰਿਹਾ। ਮੈਂ ਇਹਨੂੰ ਦਿਖਾਉਣ ਲਈ ਡਾਕਟਰ ਕੋਲ ਗਿਆ। ਉਹ ਸਾਡੇ ਵਰਗਾ ਹੀ ਯਹੂਦੀ ਡਾਕਟਰ ਸੀ ਤੇ ਬੜਾ ਚੰਗਾ ਬੰਦਾ ਸੀ। ਉਹਨੇ ਪੂਰੇ ਭਰੋਸੇ ਨਾਲ ਕਿਹਾ ਸੀ ਮੇਰੇ ਪੈਰ ਦਾ ਆਪਰੇਸ਼ਨ ਹੋਣਾ ਜ਼ਰੂਰੀ ਸੀ। ਜੇ ਅਸੀਂ ਦੇਰ ਕਰ ਦਿੱਤੀ ਤਾਂ ਹੋ ਸਕਦਾ ਪੈਰ ਹੀ ਵੱਢਣਾ ਪਵੇ, ਜਾਂ ਹੋ ਸਕਦਾ ਲੱਤ ਹੀ ਵੱਢਣੀ ਪਵੇ। ਇਹ ਮੇਰੇ ਲਈ ਆਖਰੀ ਮੌਕਾ ਸੀ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਡਾਕਟਰ ਨੇ ਆਪਰੇਸ਼ਨ ਦਾ ਫੈਸਲਾ ਕਰ ਲਿਆ ਸੀ। ਹੁਣ ਅੱਗੇ ਕੋਈ ਵੀ ਬਹਿਸ ਨਹੀਂ ਸੀ ਹੋ ਸਕਦੀ। ਮੈਂ ਇੱਕ ਗੱਲੋਂ ਖੁਸ਼ ਸਾਂ ਕਿ ਫੈਸਲਾ ਡਾਕਟਰ ਨੇ ਕੀਤਾ ਸੀ। ਉਹਨਾਂ ਨੇ ਮੈਨੂੰ ਚਿੱਟੀਆਂ ਚਾਦਰਾਂ ਵਾਲੇ ਮੰਜੇ ਤੇ ਲੰਮਾ ਪਾ ਦਿੱਤਾ ਸੀ। ਮੈਂ ਭੁੱਲ ਚੁੱਕਾ ਸਾਂ ਕਿ ਲੋਕ ਚਾਦਰਾਂ ਵਿਛਾ ਕੇ ਸੌਂਦੇ ਨੇ। ਹਸਪਤਾਲ ਬਹੁਤਾ ਬੁਰਾ ਨਹੀਂ ਸੀ। ਸਾਨੂੰ ਖਾਣ ਲਈ ਚੰਗੀ ਡਬਲ ਰੋਟੀ ਤੇ ਗਾੜਾ ਸੂਪ ਦਿੱਤਾ ਜਾਂਦਾ ਸੀ। ਇੱਥੇ ਘੰਟੀ ਨਹੀਂ ਸੀ ਵੱਜਦੀ, ਕੋਈ ਹਾਜ਼ਰੀ ਨਹੀਂ ਸੀ ਲੱਗਦੀ, ਕੋਈ ਕੰਮ ਨਹੀਂ। ਕਦੇ ਕਦਾਈ ਮੈਂ ਡਬਲ ਰੋਟੀ ਦੇ ਕੁਝ ਟੁਕੜੇ ਆਪਣੇ ਪਿਤਾ ਜੀ ਲਈ ਭੇਜ ਦਿਆ ਕਰਦਾ ਸਾਂ। ਮੇਰੇ ਨੇੜੇ ਹੀ ਇੱਕ ਹੰਗਰੀ ਦਾ ਯਹੂਦੀ ਦੂਜੇ ਮੰਜੇ ਤੇ ਪਿਆ ਸੀ। ਉਹਨੂੰ ਦਸਤ ਲੱਗ ਚੁੱਕੇ ਸਨ, ਹੱਡੀਆਂ ਦੀ ਮੁੱਠ, ਅੱਖਾਂ ਜਿਵੇਂ ਬੰਦ ਹੋ ਚੁੱਕੀਆਂ ਹੋਣ। ਮੈਨੂੰ ਉਹਦੀ ਸਿਰਫ ਆਵਾਜ਼ ਹੀ ਸੁਣਦੀ ਸੀ। ਸਿਰਫ ਇਹੋ ਇੱਕੋ ਇੱਕ ਸਬੂਤ ਸੀ ਕਿ ਉਹ ਜਿਉਂਦਾ ਸੀ। ਗੱਲ ਕਰਨ ਲਈ ਪਤਾ ਨਹੀਂ ਉਸ ਵਿੱਚ ਤਾਕਤ ਕਿੱਥੋਂ ਆਉਂਦੀ ਸੀ। ਤੈਨੂੰ ਇੰਨਾ ਛੇਤੀ ਖੁਸ਼ ਹੋਣ ਦੀ ਲੋੜ ਨਹੀਂ ਮੁੰਡਿਆ। ਚੋਣ ਤਾਂ ਇੱਥੇ ਵੀ ਹੁੰਦੀ ਹੈ, ਬਾਹਰ ਨਾਲੋਂ ਇੱਥੇ ਬਹੁਤੀ ਹੁੰਦੀ ਹੈ। ਜਰਮਨੀ ਨੂੰ ਬਿਮਾਰ ਯਹੂਦੀ ਨਹੀਂ ਚਾਹੀਦੇ। ਜਰਮਨੀ ਨੂੰ ਮੇਰੀ ਕੋਈ ਲੋੜ ਨਹੀਂ। ਜਦੋਂ ਅਗਲੀ ਗੱਡੀ ਆਏਗੀ ਤਾਂ ਮੇਰੀ ਥਾਂ ਤੇਰਾ ਹੋਰ ਕੋਈ ਨਵਾਂ ਗੁਆਂਢੀ ਹੋਏਗਾ। ਤਾਂ ਮੇਰੀ ਗੱਲ ਧਿਆਨ ਨਾਲ ਸੁਣ ਲੈ। ਅਗਲੀ ਚੋਣ ਹੋਣ ਤੋਂ ਪਹਿਲਾਂ ਇੱਥੋਂ ਚਲਾ ਜਾ ਇਸ ਹਸਪਤਾਲ ਤੋਂ। ਉਹ ਸ਼ਬਦ ਮੈਂ ਸੁਣੇ ਜਿਵੇਂ ਧਰਤੀ ਹੇਠੋਂ ਕੋਈ ਬੋਲ ਰਿਹਾ ਹੋਵੇ, ਕੋਈ ਬਿਨਾਂ ਚਿਹਰੇ ਵਾਲਾ ਕੋਈ ਜੀਵ। ਮੈਨੂੰ ਡਰ ਲੱਗਣ ਲੱਗ ਪਿਆ। ਇਹ ਠੀਕ ਸੀ ਕਿ ਹਸਪਤਾਲ ਛੋਟਾ ਜਿਹਾ ਸੀ ਤੇ ਅਗਲੇ ਕੁਝ ਦਿਨ ਵਿੱਚ ਹੀ ਉਸ 'ਚ ਹੋਰ ਬਿਮਾਰ ਪਹੁੰਚ ਗਏ ਸਨ। ਉਹਨਾਂ ਲਈ ਵੀ ਤਾਂ ਕਮਰੇ ਚਾਹੀਦੇ ਹੋਣਗੇ। ਪਰ ਸ਼ਾਇਦ ਉਹ ਬਿਨਾਂ ਚਿਹਰੇ ਵਾਲਾ ਮੇਰਾ ਗੁਆਂਢੀ ਸਮਝ ਰਿਹਾ ਸੀ ਕਿ ਉਹ ਪਹਿਲਾ ਸ਼ਿਕਾਰ ਹੋਏਗਾ, ਇਸ ਲਈ ਮੈਨੂੰ ਇੱਥੋਂ ਭਜਾਉਣਾ ਚਾਹੁੰਦਾ ਹੋਵੇ, ਮੇਰੇ ਮੰਜੇ ਨੂੰ ਖਾਲੀ ਕਰਵਾਉਣਾ ਚਾਹੁੰਦਾ ਹੋਵੇ, ਸਿਰਫ ਇਸੇ ਲਈ ਕਿ ਉਹ ਬਚ ਜਾਵੇ। ਜਾਂ ਸ਼ਾਇਦ ਉਹ ਮੈਨੂੰ ਡਰਾਉਣਾ ਚਾਹੁੰਦਾ ਹੋਵੇ। ਫਿਰ ਵੀ ਜੇ ਉਹ ਸੱਚ ਬੋਲ ਰਿਹਾ ਸੀ ਤਾਂ ਮੈਂ ਕੁਝ ਹਾਦਸਿਆਂ ਦੀ ਉਡੀਕ ਕਰਨਾ ਚਾਹੁੰਦਾ ਸਾਂ। ਡਾਕਟਰ ਨੇ ਮੈਨੂੰ ਆ ਕੇ ਦੱਸਿਆ ਕਿ ਮੇਰਾ ਆਪਰੇਸ਼ਨ ਅਗਲੇ ਦਿਨ ਹੋਏਗਾ। ਡਰਨ ਦੀ ਕੋਈ ਲੋੜ ਨਹੀਂ, ਉਹਨੇ ਕਿਹਾ, ਸਭ ਕੁਝ ਠੀਕ ਠਾਕ ਹੋ ਜਾਏਗਾ। 10 ਕੁ ਵਜੇ ਉਹ ਮੈਨੂੰ ਆਪਰੇਸ਼ਨ ਕਰਨ ਵਾਲੇ ਕਮਰੇ 'ਚ ਲੈ ਗਏ। ਮੇਰਾ ਡਾਕਟਰ ਉੱਥੇ ਮੌਜੂਦ ਸੀ। ਮੈਨੂੰ ਇਸ ਗੱਲ ਤੇ ਤਸੱਲੀ ਸੀ। ਮੈਨੂੰ ਲੱਗਿਆ ਕਿ ਕੁਝ ਵੀ ਮੁਸ਼ਕਿਲ ਨਹੀਂ ਆਏਗੀ। ਜਦੋਂ ਤੱਕ ਉਹ ਡਾਕਟਰ ਉੱਥੇ ਸੀ, ਉਹਦੇ ਹਰ ਸ਼ਬਦ 'ਚ ਮੱਲਮ ਵਰਗਾ ਸੁੱਖ ਮਿਲਦਾ ਸੀ। ਉਹਦੀ ਤੱਕਣੀ ਵਿੱਚੋਂ ਹੀ ਮੈਨੂੰ ਪੂਰੀ ਉਮੀਦ ਦਿਸਦੀ ਸੀ। ਤੈਨੂੰ ਥੋੜ੍ਹੀ ਜਿਹੀ ਪੀੜ ਹੋਏਗੀ, ਉਹਨੇ ਕਿਹਾ, ਪਰ ਇਹ ਖਤਮ ਹੋ ਜਾਏਗੀ। ਥੋੜ੍ਹੇ ਜਿਹੇ ਦੰਦ ਭੀੜ ਕੇ ਰੱਖੀ। ਆਪਰੇਸ਼ਨ 1 ਘੰਟਾ ਹੁੰਦਾ ਰਿਹਾ। ਉਹਨਾਂ ਨੇ ਮੈਨੂੰ ਬੇਹੋਸ਼ ਨਹੀਂ ਸੀ ਕੀਤਾ। ਮੈਂ ਆਪਣੀਆਂ ਅੱਖਾਂ ਡਾਕਟਰ ਦੇ ਚਿਹਰੇ ਤੇ ਗੱਡ ਦਿੱਤੀਆਂ ਸਨ। ਫਿਰ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਡੁੱਬ ਰਿਹਾ ਹੋਵਾਂ।
ਜਦੋਂ ਮੈਨੂੰ ਹੋਸ਼ ਆਈ, ਅੱਖਾਂ ਖੋਲ੍ਹੀਆਂ ਤਾਂ ਮੈਨੂੰ ਹੋਰ ਕੁਝ ਨਹੀਂ ਦਿਸਿਆ। ਮੇਰੇ ਆਸੇ-ਪਾਸੇ ਸਫੈਦ ਦਿਸ ਰਿਹਾ ਸੀ। ਮੇਰੀ ਪਹਿਲੀ ਸਫੈਦੀ, ਚਿੱਟੀਆਂ ਚਾਦਰਾਂ। ਫਿਰ ਮੈਨੂੰ ਮੇਰੇ ਡਾਕਟਰਾਂ ਦਾ ਚਿਹਰਾ ਮੇਰੇ ਉੱਤੇ ਝੁਕਿਆ ਦਿਸਿਆ। ਸਾਰਾ ਕੁਝ ਠੀਕ-ਠਾਕ ਹੋ ਗਿਆ। ਤੂੰ ਤਾਂ ਬੜਾ ਬਹਾਦਰ ਹੈ ਮੁੰਡਿਆ। ਹੁਣ ਤੂੰ ਇੱਥੇ 2 ਹਫ਼ਤੇ ਲਈ ਰਹੇਂਗਾ। ਆਰਾਮ ਕਰ ਤੇ ਸਭ ਠੀਕ ਹੋ ਜਾਏਗਾ। ਚੰਗੀ ਤਰ੍ਹਾਂ ਖਾ ਪੀ, ਆਪਣੇ ਸਰੀਰ ਤੇ ਨਾੜੀਆਂ ਨੂੰ ਆਰਾਮ ਲੈਣ ਦੇ। ਮੈਂ ਉਹਦੇ ਸਿਰਫ ਬੁੱਲ੍ਹ ਫਰਕਦੇ ਦੇਖ ਰਿਹਾ ਸਾਂ। ਮੈਨੂੰ ਉਹ ਕੀ ਕਹਿ ਰਿਹਾ ਸੀ ਬਹੁਤਾ ਸਮਝ ਨਹੀਂ ਸੀ ਆ ਰਿਹਾ, ਪਰ ਉਹਦੀ ਆਵਾਜ਼ ਦੀ ਕੁਸਰ-ਮੁਸਰ ਹੀ ਮੈਨੂੰ ਚੰਗੀ ਲੱਗਦੀ ਸੀ। ਅਚਾਨਕ ਮੇਰੇ ਮੱਥੇ ਤੇ ਪਸੀਨਾ ਆ ਗਿਆ। ਮੈਨੂੰ ਮੇਰੀ ਲੱਤ ਨਹੀਂ ਸੀ ਮਹਿਸੂਸ ਹੋ ਰਹੀ। ਕੀ ਇਹਨਾਂ ਨੇ ਮੇਰੀ ਲੱਤ ਕੱਟ ਦਿੱਤੀ ਹੈ? ਡਾਕਟਰ, ਮੈਂ ਬਰੜਾਇਆ, ਡਾਕਟਰ। ਕੀ ਗੱਲ ਹੈ ਪੁੱਤਰਾ? ਮੇਰੇ 'ਚ ਇੰਨੀ ਵੀ ਹਿੰਮਤ ਨਹੀਂ ਸੀ ਕਿ ਮੈਂ ਉਹਨਾਂ ਨੂੰ ਕੋਈ ਸਵਾਲ ਪੁੱਛਦਾ। ਡਾਕਟਰ, ਮੈਨੂੰ ਪਿਆਸ ਲੱਗੀ ਹੈ। ਉਹਨੇ ਮੇਰੇ ਲਈ ਪਾਣੀ ਮੰਗਵਾਇਆ। ਉਹ ਮੁਸਕਰਾ ਰਿਹਾ ਸੀ। ਉਹ ਕੁਝ ਹੋਰ ਮਰੀਜ਼ ਦੇਖਣ ਦੀ ਤਿਆਰੀ ਕਰ ਰਿਹਾ ਸੀ। ਡਾਕਟਰ, ਕੀ ਗੱਲ? ਕੀ ਮੈਂ ਆਪਣੀ ਲੱਤ ਹੁਣ ਵਰਤ ਸਕਾਂਗਾ? ਉਹ ਹੁਣ ਮੁਸਕਰਾ ਨਹੀਂ ਸੀ ਰਿਹਾ। ਮੈਂ ਬਹੁਤ ਡਰ ਗਿਆ ਸੀ। ਉਹਨੇ ਕਿਹਾ, ਤੈਨੂੰ ਮੇਰੇ ਤੇ ਭਰੋਸਾ ਹੈ ਨਾ ਪੁੱਤਰਾ? ਮੈਨੂੰ ਪੂਰਾ ਭਰੋਸਾ ਹੈ ਡਾਕਟਰ। ਤਾਂ ਫਿਰ ਮੇਰੀ ਗੱਲ ਧਿਆਨ ਨਾਲ ਸੁਣ। ਤੂੰ 2 ਹਫ਼ਤਿਆਂ ਤੱਕ ਬਿਲਕੁਲ ਠੀਕ ਹੋ ਜਾਏਗਾ। ਤੂੰ ਹੋਰ ਕਿਸੇ ਬੰਦੇ ਵਾਂਗ ਤੁਰ ਫਿਰ ਸਕੇਂਗਾ। ਤੇਰੇ ਪੈਰ ਦਾ ਤਲਾ ਪਾਕ ਨਾਲ ਭਰਿਆ ਪਿਆ ਸੀ। ਸਾਨੂੰ ਉਹ ਸੋਜ ਖੋਲ੍ਹਣੀ ਪਈ। ਮੈਂ ਤੇਰੀ ਲੱਤ ਨਹੀਂ ਕੱਟੀ। ਤੂੰ ਆਪ ਦੇਖ ਲਈ, 15 ਦਿਨਾਂ ਪਿੱਛੋਂ ਤੂੰ ਹਰ ਕਿਸੇ ਵਾਂਗ ਤੁਰਿਆ ਫਿਰੇਂਗਾ। ਮੈਨੂੰ ਸਿਰਫ 2 ਹਫ਼ਤੇ ਉਡੀਕਣਾ ਪੈਣਾ ਸੀ। ਮੇਰੇ ਆਪਰੇਸ਼ਨ ਤੋਂ 2 ਦਿਨਾਂ ਪਿੱਛੋਂ ਇੱਕ ਅਫਵਾਹ ਫੈਲ ਗਈ ਸੀ ਸਾਰੇ ਕੈਂਪ ਵਿੱਚ ਕਿ ਹੁਣ ਦੋਹਾਂ ਫੌਜਾਂ ਵਿੱਚ ਲੜਾਈ ਕੈਂਪ ਦੇ ਨੇੜੇ ਆ ਗਈ ਹੈ। ਉਹਨਾਂ ਕਿਹਾ ਕਿ ਲਾਲ ਫੌਜੀ ਮਤਲਬ ਰੂਸੀ ਫੌਜਾਂ ਹੁਣ ਬੂਨਾ ਵੱਲ ਆ ਰਹੀ ਹੈ। ਹੁਣ ਤਾਂ ਕੁਝ ਘੰਟਿਆਂ ਦੀ ਗੱਲ ਰਹਿ ਗਈ ਸੀ। ਇਹ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ ਕਿ ਕਿਸੇ ਝੂਠੇ ਦੇਵਤੇ ਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਹੋਵੇ ਕਿ ਦੁਨੀਆ 'ਚ ਅਮਨ ਚੈਨ ਹੋ ਜਾਏਗਾ, ਰੈੱਡ ਕਰਾਸ ਨਾਲ ਗੱਲਬਾਤ ਹੋ ਰਹੀ ਹੈ ਕਿ ਇੱਥੋਂ ਤੁਹਾਨੂੰ ਰਿਹਾ ਕਰ ਦਿੱਤਾ ਜਾਏਗਾ, ਜਾਂ ਹੋਰ ਕਈ ਕਿਸਮ ਦੀਆਂ ਕਨਸੂਆਂ। ਅਕਸਰ ਉਹਨਾਂ ਨੂੰ ਅਸੀਂ ਸੱਚ ਮੰਨ ਲਿਆ ਕਰਦੇ ਸਾਂ। ਇਹ ਇੱਕ ਮੋਰਫੀਨ ਦੇ ਟੀਕੇ ਵਰਗਾ ਸੀ। ਪਰ ਇਸ ਵਾਰ ਇਹ ਭਵਿੱਖਬਾਣੀਆਂ ਅੱਗੇ ਨਾਲੋਂ ਬਹੁਤੀਆਂ ਨਿੱਗਰ ਲੱਗਦੀਆਂ ਸਨ। ਪਿਛਲੀਆਂ ਕੁਝ ਰਾਤਾਂ ਤੋਂ ਸਾਨੂੰ ਕਿਧਰੇ ਦੂਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਬਿਨਾਂ ਚਿਹਰੇ ਵਾਲੇ ਮੇਰੇ ਗੁਆਂਢੀ ਨੇ ਕਿਹਾ, ਤੂੰ ਕਿਸੇ ਭਰਮ ਵਿੱਚ ਬੇਵਕੂਫ ਨਾ ਕਿਧਰੇ ਬਣ ਜਾਈਂ। ਹਿਟਲਰ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਕਿ ਅੱਧੀ ਰਾਤ ਨੂੰ 12 ਵਜੇ ਵਾਲਾ ਆਖਰੀ ਘੰਟਾ ਵੱਜਦਾ ਸੁਣਾਈ ਦੇਣ ਤੋਂ ਪਹਿਲਾਂ ਉਹ ਸਾਰੇ ਯਹੂਦੀਆਂ ਨੂੰ ਖਤਮ ਕਰ ਦੇਵੇਗਾ। ਮੈਂ ਉਹਨੂੰ ਗੁੱਸੇ ਨਾਲ ਪੈ ਗਿਆ। ਤੈਨੂੰ ਕੀ ਫਰਕ ਪੈਂਦਾ ਕਿ ਸਾਡੇ ਲਈ ਹਿਟਲਰ ਕੋਈ ਦੇਵਤਾ ਹੈ? ਉਹਨੇ ਡੌਰ ਭੌਰ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਅਖੀਰ ਥੱਕੀ ਜਿਹੀ ਆਵਾਜ਼ 'ਚ ਕਿਹਾ, ਮੈਨੂੰ ਹੋਰ ਕਿਸੇ ਨਾਲੋਂ ਹਿਟਲਰ ਤੇ ਪੂਰਾ ਭਰੋਸਾ ਹੈ। ਉਹ ਇੱਕੋ ਹੀ ਅਜਿਹਾ ਬੰਦਾ ਹੈ ਜਿਹਨੇ ਆਪਣੇ ਵਾਅਦੇ ਪੂਰੇ ਕੀਤੇ ਹੈ, ਉਹ ਸਾਰੇ ਵਾਅਦੇ ਜਿਹੜੇ ਉਹਨੇ ਯਹੂਦੀਆਂ ਨਾਲ ਕੀਤੇ ਸਨ। ਉਸੇ ਦਿਨ ਦੁਪਹਿਰ ਪਿੱਛੋਂ ਕੋਈ 4 ਵਜੇ ਘੰਟੀ ਵੱਜੀ। ਸਾਰੇ ਬਲਾਕਾਂ ਦੇ ਇੰਚਾਰਜਾਂ ਨੂੰ ਬੁਲਾਇਆ ਗਿਆ। ਉਹ ਨਿੰਮੋ ਝੂਣੇ ਜਿਹੇ ਹੋ ਕੇ ਪਰਤੇ ਸਨ। ਉਹ ਬੜੀ ਮੁਸ਼ਕਿਲ ਨਾਲ ਆਪਣਾ ਮੂੰਹ ਖੋਲ ਕੇ ਇੱਕੋ ਸ਼ਬਦ ਕਹਿ ਸਕੇ ਸਨ, ਖਾਲੀ ਕਰੋ। ਕੈਂਪ ਖਾਲੀ ਕਰਨਾ ਪੈਣਾ ਸੀ ਤੇ ਸਾਨੂੰ ਹੋਰ ਅੰਦਰ ਵੱਲ ਭੇਜਿਆ ਜਾਣਾ ਸੀ। ਕਿੱਥੇ? ਕਿਧਰੇ ਜਰਮਨੀ ਦੀਆਂ ਡੂੰਘਾਣਾਂ ਵਿੱਚ, ਕਿਸੇ ਹੋਰ ਕੈਂਪ ਵਿੱਚ। ਕੈਂਪਾਂ ਦਾ ਕੋਈ ਘਾਟਾ ਨਹੀਂ ਸੀ ਇੱਥੇ। ਕਦੋਂ? ਕੱਲ ਸ਼ਾਮ ਨੂੰ। ਸ਼ਾਇਦ ਰੂਸੀ ਉਹ ਤੋਂ ਪਹਿਲਾਂ ਹੀ ਪਹੁੰਚ ਜਾਣਗੇ। ਸ਼ਾਇਦ। ਸਾਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਨੇ ਨਹੀਂ ਆਉਣਾ। ਕੈਂਪ ਭਰਿੰਡਾਂ ਦੇ ਛੱਤੇ ਵਰਗਾ ਹੋ ਗਿਆ। ਲੋਕ ਇੱਧਰ ਉੱਧਰ ਭੱਜੇ ਫਿਰਦੇ ਸਨ, ਇੱਕ ਦੂਜੇ ਨੂੰ ਉੱਚੀ ਆਵਾਜ਼ 'ਚ ਕੁਝ ਕਹਿ ਰਹੇ ਸਨ। ਸਾਰੇ ਬਲਾਕਾਂ ਵਿੱਚ ਅੱਗੋਂ ਦੇ ਸਫ਼ਰ ਦੀਆਂ ਤਿਆਰੀਆਂ ਹੋ ਰਹੀਆਂ ਸਨ। ਮੈਂ ਆਪਣੇ ਪੈਰ ਦੇ ਜ਼ਖਮ ਨੂੰ ਭੁੱਲ ਗਿਆ ਸਾਂ। ਇੱਕ ਡਾਕਟਰ ਕਮਰੇ 'ਚ ਆਇਆ ਤੇ ਉਹਨੇ ਕਿਹਾ, ਕੱਲ ਰਾਤ ਪੈਣ ਪਿੱਛੋਂ ਕੈਂਪ ਖਾਲੀ ਕਰ ਦਿੱਤਾ ਜਾਏਗਾ। ਮਰੀਜ਼ ਲੋਕ ਇੱਥੇ ਛੋਟੇ ਹਸਪਤਾਲ ਵਿੱਚ ਹੀ ਰਹਿਣਗੇ। ਉਹਨਾਂ ਨੂੰ ਬਾਹਰ ਭੇਜਿਆ ਜਾਏਗਾ। ਇਸ ਖਬਰ ਨੇ ਸਾਨੂੰ ਸੋਚਣ ਲਾ ਦਿੱਤਾ ਕਿ ਜਰਮਨ ਅਫਸਰ ਸੈਂਕੜੇ ਕੈਦੀਆਂ ਨੂੰ ਹਸਪਤਾਲ ਵਾਲੇ ਬਲਾਕ 'ਚ ਡੱਕ ਦੇਣਗੇ, ਕਿ ਉਹ ਆਪਣੇ ਛੁਡਾਉਣ ਵਾਲਿਆਂ ਦੀ ਉਡੀਕ ਕਰਨ, ਕਿ ਉਹ ਯਹੂਦੀਆਂ ਨੂੰ ਰਾਤ ਦੇ 12 ਵਜੇ ਵਾਲੇ ਆਖਰੀ ਘੰਟੇ ਦੀ ਆਵਾਜ਼ ਸੁਣਾਉਣਾ ਚਾਹੁੰਦੇ ਨੇ ਕਿ ਨਹੀਂ। ਬਿਲਕੁਲ ਨਹੀਂ।
ਸਾਰੇ ਅਪਾਹਜ ਲੋਕਾਂ ਨੂੰ ਇੱਕੋ ਹੱਲੇ ਮਾਰ ਦਿੱਤਾ ਜਾਏਗਾ। ਉਸ ਬਿਨਾਂ ਸ਼ਕਲ ਵਾਲੇ ਬੰਦੇ ਨੇ ਕਿਹਾ, ਸਾਰਿਆਂ ਨੂੰ ਇੱਕੋ ਵਾਰੀ ਭੱਠੀਆਂ ਵਿੱਚ। ਕੈਂਪ ਵਿੱਚ ਜ਼ਰੂਰ ਮਾਈਨ, ਧਰਤੀ 'ਚ ਲੁਕੋਈ ਵਿਸਫੋਟਕ, ਜਿਹਨੂੰ ਹੱਥ ਲੱਗਦੇ ਹੀ ਉਹ ਫਟ ਕੇ ਅਗਲੇ ਦਾ ਨੁਕਸਾਨ ਕਰ ਸਕੇ, ਵਿਛਾਈਆਂ ਜਾਣੀਆਂ ਹਨ। ਕਿਸੇ ਹੋਰ ਨੇ ਕਿਹਾ, ਜਿਉਂ ਹੀ ਅਸੀਂ ਇੱਥੋਂ ਬਾਹਰ ਜਾਵਾਂਗੇ ਸਾਰਾ ਕੈਂਪ ਤਬਾਹ ਕਰ ਦਿੱਤਾ ਜਾਏਗਾ। ਜਿੱਥੋਂ ਤੱਕ ਮੇਰਾ ਸਵਾਲ ਸੀ, ਮੈਂ ਇੰਨੀ ਡੂੰਘਾਈ ਤੱਕ ਨਹੀਂ ਸੀ ਸੋਚ ਰਿਹਾ, ਪਰ ਮੈਂ ਆਪਣੇ ਪਿਤਾ ਤੋਂ ਵੱਖ ਨਹੀਂ ਸੀ ਹੋਣਾ। ਅਸੀਂ ਇਕੱਠੇ ਇੰਨਾ ਦੁੱਖ ਸਹਿ ਚੁੱਕੇ ਸਾਂ, ਇਕੱਠਿਆਂ ਕਿੰਨਾ ਕੁਝ ਸਹਿ ਲਿਆ ਸੀ। ਹੁਣ ਵੱਖਰੇ ਹੋਣ ਦਾ ਸਮਾਂ ਨਹੀਂ ਸੀ। ਮੈਂ ਉਹਨਾਂ ਨੂੰ ਦੇਖਣ ਲਈ ਬਾਹਰ ਦੌੜ ਗਿਆ। ਬੜੀ ਭਾਰੀ ਬਰਫ਼ ਪੈ ਰਹੀ ਸੀ। ਬਲਾਕਾਂ ਦੀਆਂ ਖਿੜਕੀਆਂ ਪੱਕੀ ਤਰ੍ਹਾਂ ਬੰਦ ਸਨ। ਇੱਕ ਬੂਟ ਮੇਰੇ ਹੱਥ ਵਿੱਚ ਸੀ। ਮੈਂ ਪੱਟੀਆਂ ਕਰਕੇ ਉਹਨੂੰ ਸੱਜੇ ਪੈਰ 'ਚ ਪਾ ਨਹੀਂ ਸੀ ਸਕਦਾ। ਮੈਂ ਦੌੜਿਆ ਗਿਆ। ਮੈਨੂੰ ਨਾ ਠੰਡ ਦੀ, ਬਰਫ਼ ਦੀ ਤੇ ਆਪਣੇ ਜ਼ਖਮੀ ਪੈਰ ਦੀ ਕੋਈ ਪਰਵਾਹ ਸੀ। ਹੁਣ ਅਸੀਂ ਕੀ ਕਰੀਏ? ਪਿਤਾ ਜੀ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਪਿਤਾ ਜੀ, ਅਸੀਂ ਕੀ ਕਰਾਂਗੇ? ਉਹ ਸੋਚਾਂ 'ਚ ਡੁੱਬੇ ਹੋਏ ਸਨ। ਕੀ ਕਰਨਾ ਹੈ? ਸਾਡੇ ਹੱਥ ਵੱਸ ਕੀ ਸੀ? ਇੱਕ ਵਾਰੀ ਅਸੀਂ ਆਪਣੀ ਕਿਸਮਤ ਦਾ ਫੈਸਲਾ ਕਰ ਸਕਦੇ ਸਾਂ। ਅਸੀਂ ਦੋਵੇਂ ਹਸਪਤਾਲ 'ਚ ਰਹਿ ਸਕਦੇ ਸਾਂ, ਜਿੱਥੇ ਮੈਂ ਮੇਰੇ ਡਾਕਟਰ ਦਾ ਧੰਨਵਾਦ ਕਰ ਸਕਦਾ ਸਾਂ, ਜਿੱਥੇ ਇਹਨਾਂ ਨੂੰ ਇੱਕ ਮਰੀਜ਼ ਦੇ ਤੌਰ 'ਤੇ ਜਾਂ ਕਿਸੇ ਨਰਸ ਦੇ ਤੌਰ 'ਤੇ ਦਰਜ ਕੀਤਾ ਜਾ ਸਕਦਾ ਸੀ, ਤੇ ਜਾਂ ਅਸੀਂ ਦੂਜਿਆਂ ਵਾਂਗ ਹੀ। ਚੰਗਾ ਪਿਤਾ ਜੀ, ਹੁਣ ਅਸੀਂ ਕਰਨਾ ਕੀ ਹੈ? ਉਹ ਚੁੱਪ ਸਨ। ਆਪਾਂ ਬਾਕੀਆਂ ਨਾਲ ਹੀ ਨਿਕਲ ਜਾਈਏ, ਮੈਂ ਕਿਹਾ। ਉਹਨਾਂ ਨੇ ਕੋਈ ਜਵਾਬ ਨਾ ਦਿੱਤਾ। ਉਹ ਮੇਰੇ ਪੈਰ ਵੱਲ ਵੇਖਦੇ ਰਹੇ। ਤੈਨੂੰ ਕੀ ਲੱਗਦਾ ਹੈ, ਤੂੰ ਤੁਰ ਸਕਦਾ ਹੈ? ਹਾਂਜੀ, ਮੇਰਾ ਖਿਆਲ ਹੈ। ਆਪਾਂ ਉਮੀਦ ਰੱਖੀਏ ਕਿ ਸਾਨੂੰ ਫਿਰ ਪਛਤਾਣਾ ਨਹੀਂ ਪਏਗਾ। ਇਲੀਜ਼ਰ। ਮੈਂ ਪਤਾ ਕਰ ਲਿਆ ਸੀ, ਜਿਹੜੇ ਪਿੱਛੇ ਹਸਪਤਾਲ 'ਚ ਰਹਿ ਜਾਂਦੇ ਸਨ, ਉਹ 2 ਦਿਨਾਂ ਪਿੱਛੋਂ ਰੂਸੀਆਂ ਨੇ ਆ ਕੇ ਸੰਭਾਲ ਲਏ ਸਨ। ਮੈਂ ਮੁੜ ਕੇ ਹਸਪਤਾਲ ਨਹੀਂ ਸੀ ਗਿਆ। ਮੈਂ ਆਪਣੇ ਬਲਾਕ 'ਚ ਆ ਗਿਆ। ਮੇਰੇ ਜ਼ਖਮ 'ਚੋਂ ਲਹੂ ਸਿਮ ਰਿਹਾ ਸੀ। ਬਰਫ਼ 'ਤੇ ਜਿੱਥੇ ਮੈਂ ਤੁਰਦਾ ਸੀ ਉਹ ਥਾਂ ਲਾਲ ਹੋ ਜਾਂਦੀ ਸੀ। ਬਲਾਕ ਦੇ ਇੰਚਾਰਜ ਨੇ ਸਾਨੂੰ ਡਬਲ ਰੋਟੀ ਤੇ ਨਕਲੀ ਮੱਖਣ ਦਾ ਦੁੱਗਣਾ ਰਾਸ਼ਨ ਦਿੱਤਾ ਸੀ। ਅਗਲੇ ਸਫ਼ਰ ਲਈ ਅਸੀਂ ਸਟੋਰ 'ਚੋਂ ਜਿੰਨੇ ਜੀਅ ਕਰਦਾ ਸੀ ਕੱਪੜੇ ਲਿਜਾ ਸਕਦੇ ਸਾਂ, ਕਮੀਜ਼ਾਂ ਤੇ ਹੋਰ ਕੱਪੜੇ। ਬੜੀ ਠੰਡ ਸੀ। ਮੈਂ ਆਪਣੇ ਬਿਸਤਰ 'ਚ ਵੜ ਗਿਆ। ਬੂਨਾਂ ਵਿੱਚ ਆਖਰੀ ਰਾਤ, ਇੱਕ ਹੋਰ ਆਖਰੀ ਰਾਤ, ਘਰ ਵਿੱਚ ਆਖਰੀ ਰਾਤ, ਬਸਤੀ ਵਿੱਚ ਆਖਰੀ ਰਾਤ, ਗੱਡੀ ਵਿੱਚ ਆਖਰੀ ਰਾਤ, ਤੇ ਹੁਣ ਬੂਨਾਂ ਵਿੱਚ ਆਖਰੀ ਰਾਤ। ਪਤਾ ਨਹੀਂ ਸਾਡੇ ਜੀਵਨ 'ਚ ਹੋਰ ਕਿੰਨੀਆਂ ਆਖਰੀ ਰਾਤਾਂ ਇੱਕ ਤੋਂ ਦੂਜੀ ਕਦੋਂ ਤੱਕ ਆਉਂਦੀਆਂ ਰਹਿਣਗੀਆਂ, ਇੱਕ ਰਾਤ ਤੋਂ ਦੂਜੀ ਰਾਤ। ਮੈਨੂੰ ਬਿਲਕੁਲ ਵੀ ਨੀਂਦ ਨਹੀਂ ਸੀ ਆਈ। ਖਿੜਕੀਆਂ ਦੇ ਸ਼ੀਸ਼ਿਆਂ ਵਿੱਚੋਂ ਲਾਲ ਰੰਗ ਦੇ ਲਿਸ਼ਕਾਰੇ ਆਉਂਦੇ ਰਹੇ ਸਨ। ਤੋਪ ਦੇ ਗੋਲਿਆਂ ਦੀ ਆਵਾਜ਼ ਨਾਲ ਉਹ ਰਾਤ ਪਰੇਸ਼ਾਨ ਹੁੰਦੀ ਰਹੀ ਤੇ ਰਾਤ ਦੀ ਚੁੱਪ ਨੂੰ ਮੁੜ-ਮੁੜ ਤੋੜਦੀ ਰਹੀ। ਰੂਸੀ ਕਿੰਨੇ ਕੁ ਨੇੜੇ ਸਨ। ਉਹਨਾਂ ਤੇ ਸਾਡੇ ਵਿਚਕਾਰ ਇੱਕ ਰਾਤ ਸੀ, ਸਾਡੀ ਆਖਰੀ ਰਾਤ। ਇੱਕ ਮੰਜੇ ਤੋਂ ਦੂਜੇ ਤੱਕ ਕੰਨ ਵਿੱਚ ਗੱਲਾਂ ਹੋਣ ਲੱਗ ਪਈਆਂ। ਰੂਸੀ ਸਾਡੇ ਜਾਣ ਤੋਂ ਪਹਿਲਾਂ ਹੀ ਇੱਥੇ ਪਹੁੰਚ ਜਾਣਗੇ। ਉਮੀਦ ਮੁੜ ਆਈ। ਕਿਸੇ ਨੇ ਉੱਚੀ ਆਵਾਜ਼ 'ਚ ਕਿਹਾ, ਸੌਣ ਦੀ ਕੋਸ਼ਿਸ਼ ਕਰੋ, ਸਫ਼ਰ ਲਈ ਆਪਣੀ ਤਾਕਤ ਇਕੱਠੀ ਕਰੋ। ਇਸ ਲਈ ਮੈਨੂੰ ਆਪਣੀ ਮਾਂ ਦੇ ਆਖਰੀ ਸ਼ਬਦ ਬਸਤੀ 'ਚ ਕਹੇ ਯਾਦ ਆਏ, ਪਰ ਮੈਂ ਸੌ ਨਹੀਂ ਸੀ ਸਕਿਆ। ਇਉਂ ਲੱਗ ਰਿਹਾ ਸੀ ਜਿਵੇਂ ਮੇਰੇ ਪੈਰ ਨੂੰ ਅੱਗ ਲੱਗੀ ਹੋਵੇ। ਸਵੇਰ ਵੇਲੇ ਕੈਂਪ ਦਾ ਨਕਸ਼ਾ ਹੀ ਬਦਲ ਗਿਆ ਸੀ। ਕੈਦੀ ਅੱਡੋ ਅੱਡ ਪਹਿਰਾਵੇ ਪਾਈ ਫਿਰਦੇ ਸਨ, ਜਿਵੇਂ ਕੋਈ ਸਾਂਗ ਹੋਵੇ। ਹਰ ਇੱਕ ਨੇ ਕਈ ਕੱਪੜੇ ਪਾ ਲਏ ਹੋਏ ਸਨ, ਇੱਕ ਤੋਂ ਉੱਤੇ ਦੂਜਾ, ਤਾਂ ਕਿ ਠੰਡ ਤੋਂ ਬਚਿਆ ਜਾ ਸਕੇ। ਵਿਚਾਰੇ ਨੀਮ ਹਕੀਮ ਜਿਹੇ ਲੱਗ ਰਹੇ ਸਨ। ਲੰਬਾਈ ਨਾਲੋਂ ਚੌੜੇ ਬਹੁਤੇ ਲੱਗ ਰਹੇ ਸਨ। ਜਿਉਂਦਿਆਂ ਨਾਲੋਂ ਮਰੇ ਹੋਏ ਬਹੁਤੇ ਲੱਗ ਰਹੇ ਸਨ। ਵਿਚਾਰੇ ਜੋਕਰ। ਉਹਨਾਂ ਨੇ ਭੂਤਾਂ ਵਰਗੇ ਚਿਹਰੇ ਕੈਦ ਵਾਲੇ ਕੱਪੜਿਆਂ ਵਿੱਚੋਂ ਬਾਹਰ ਝਾਕਦੇ। ਵਿਚਾਰੇ। ਮੈਂ ਵੱਡਾ ਬੂਟ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਲੱਭ ਨਹੀਂ ਸਕਿਆ। ਫਿਰ ਮੈਂ ਇੱਕ ਕੰਬਲ ਪਾੜਿਆ ਤੇ ਆਪਣੀ ਜ਼ਖਮੀ ਪੈਰ ਦੇ ਦੁਆਲੇ ਲਪੇਟ ਲਿਆ। ਫਿਰ ਮੈਂ ਕੈਂਪ 'ਚ ਘੁੰਮ ਕੇ ਲੱਭਣ ਲੱਗ ਪਿਆ। ਕੋਈ ਡਬਲ ਰੋਟੀ ਦਾ ਟੁਕੜਾ, ਕਿਧਰੇ ਕੋਈ ਆਲੂ ਪਿਆ ਮਿਲ ਜਾਏ। ਕੋਈ ਕਹਿ ਰਿਹਾ ਸੀ ਕਿ ਸਾਨੂੰ ਚੈਕੋਸਲੋਵਾਕੀਆ ਲੈ ਕੇ ਜਾਣਗੇ। ਨਹੀਂ, ਗ੍ਰੌਸ, ਰੋਸਨ ਲੈ ਜਾਣਗੇ। ਨਹੀਂ, ਗਲੀਵਿਟਸ, ਨਹੀਂ, ਹੋਰ ਕਿਤੇ। ਦੁਪਹਿਰ
ਪਿੱਛੋਂ 2 ਵਜੇ ਅਜੇ ਵੀ ਭਾਰੀ ਬਰਫ਼ ਪੈ ਰਹੀ ਸੀ। ਸਮਾਂ ਹੁਣ ਤੇਜ਼ੀ ਨਾਲ ਗੁਜ਼ਰ ਰਿਹਾ ਸੀ। ਸ਼ਾਮ ਪੈ ਚੁੱਕੀ ਸੀ। ਦਿਨ ਘੁਸਮੁਸੇ 'ਚ ਚੱਲਣ ਲੱਗ ਪਿਆ ਸੀ। ਬਲਾਕ ਇੰਚਾਰਜ ਨੂੰ ਅਚਾਨਕ ਯਾਦ ਆਇਆ ਕਿ ਉਹ ਬਲਾਕ ਦੀ ਸਫਾਈ ਕਰਵਾਉਣੀ ਤਾਂ ਭੁੱਲ ਹੀ ਗਿਆ ਸੀ। ਉਹਨੇ ਕੈਦੀਆਂ ਨੂੰ ਲੱਕੜ ਦੀ ਫਰਸ਼ ਦੀ ਸਫਾਈ ਕਰਨ ਦਾ ਹੁਕਮ ਕੀਤਾ। 1 ਘੰਟਾ ਬਲਾਕ ਛੱਡਣ ਤੋਂ ਪਹਿਲਾਂ। ਕਿਉਂ? ਕਿਸ ਲਈ? ਆਜ਼ਾਦ ਕਰਵਾਉਣ ਲਈ, ਫੌਜ ਲਈ, ਆਜ਼ਾਦ ਕਰਵਾਉਣ ਵਾਲੀ ਫੌਜ ਲਈ। ਉਹਨੇ ਚੀਕ ਕੇ ਕਿਹਾ, ਕਿਤੇ ਉਹ ਇਹ ਨਾ ਸੋਚ ਲੈਣ ਕਿ ਇੱਥੇ ਪਹਿਲਾਂ ਸੂਰ ਨਹੀਂ ਬੰਦੇ ਰਹਿੰਦੇ ਸਨ। ਤਾਂ ਅਸੀਂ ਬੰਦੇ ਸਾਂ। ਬਲਾਕ ਨੂੰ ਉੱਪਰੋਂ ਲੈ ਕੇ ਹੇਠਾਂ ਤੱਕ ਸਾਫ਼ ਕੀਤਾ ਗਿਆ। ਹਰ ਕੋਨਾ ਧੋਤਾ ਗਿਆ। 6 ਵਜੇ ਘੰਟੀ ਵੱਜੀ, ਮੌਤ ਦੀ ਘੰਟੀ। ਕਬਰ 'ਚ ਦਫਨਾਉਣ ਲਈ ਜਲੂਸ ਚੱਲਣ ਲਈ ਤਿਆਰ ਸੀ। ਕਤਾਰ ਵਿੱਚ ਛੇਤੀ। ਕੁਝ ਹੀ ਪਲਾਂ 'ਚ ਅਸੀਂ ਕਤਾਰਾਂ 'ਚ ਖੜੇ ਸਾਂ, ਬਲਾਕਾਂ ਅਨੁਸਾਰ ਖੜੇ ਸਾਂ। ਰਾਤ ਹੋ ਚੁੱਕੀ ਸੀ। ਹਰ ਚੀਜ਼ ਆਪੋ ਆਪਣੀ ਥਾਂ ਤੇ ਸੀ, ਪਹਿਲਾਂ ਤੋਂ ਹੀ ਸੋਚੀ ਸਮਝੀ ਸਕੀਮ ਅਨੁਸਾਰ। ਸਰਚ ਲਾਈਟਾਂ ਜਗ ਪਈਆਂ। ਸੈਂਕੜੇ ਜਰਮਨ ਫੌਜੀ ਹਨੇਰੇ 'ਚੋਂ ਪ੍ਰਗਟ ਹੋ ਗਏ। ਉਹਨਾਂ ਦੇ ਨਾਲ ਭੇਡਾਂ ਵਾਲੇ ਕੁੱਤੇ ਸਨ। ਬਰਫ਼ ਪੈਂਦੀ ਜਾ ਰਹੀ ਸੀ, ਬੰਦ ਨਹੀਂ ਸੀ ਹੋਈ। ਕੈਂਪ ਦੇ ਵੱਡੇ ਗੇਟ ਖੁੱਲ੍ਹ ਗਏ। ਇਉਂ ਲੱਗ ਰਿਹਾ ਸੀ ਕਿ ਕੋਈ ਘੁੱਪ ਹਨੇਰੀ ਰਾਤ ਦੂਜੇ ਪਾਸੇ ਸਾਨੂੰ ਉਡੀਕ ਰਹੀ ਹੋਵੇ। ਪਹਿਲੇ ਬਲਾਕਾਂ ਵਾਲਿਆਂ ਨੇ ਮਾਰਚ ਕਰਨਾ ਸ਼ੁਰੂ ਕੀਤਾ। ਅਸੀਂ ਉਡੀਕਦੇ ਰਹੇ। ਅਸੀਂ 56 ਬਲਾਕਾਂ ਦੀ ਉਡੀਕ ਕਰਨੀ ਸੀ, ਜਿਹੜੇ ਸਾਡੇ ਤੋਂ ਪਹਿਲਾਂ ਸਨ। ਅੰਤਾਂ ਦੀ ਠੰਡ ਪੈ ਰਹੀ ਸੀ। ਮੇਰੀ ਜੇਬ 'ਚ ਡਬਲ ਰੋਟੀ ਦੇ 2 ਟੁਕੜੇ ਸਨ। ਕਿੰਨੀ ਖੁਸ਼ੀ ਨਾਲ ਮੈਂ ਉਹਨਾਂ ਨੂੰ ਖਾ ਸਕਦਾ ਸੀ, ਪਰ ਮੈਨੂੰ ਆਗਿਆ ਨਹੀਂ ਸੀ। ਅਜੇ ਨਹੀਂ। ਸਾਡੀ ਵਾਰੀ ਆ ਰਹੀ ਸੀ। ਬਲਾਕ 53, ਬਲਾਕ 55, ਬਲਾਕ 57। ਅੱਗੇ ਚਲੋ। ਬਰਫ਼ ਬਿਨਾਂ ਰੁਕੇ ਪੈ ਰਹੀ ਸੀ। ਬਰਫਾਨੀ ਹਵਾਵਾਂ ਹੱਲੇ ਨਾਲ ਵਗ ਰਹੀਆਂ ਸਨ, ਪਰ ਅਸੀਂ ਬਿਨਾਂ ਕਿਸੇ ਅੜਿੱਕੇ ਤੋਂ ਮਾਰਚ ਕਰਦੇ ਰਹੇ। ਜਰਮਨ ਫੌਜੀਆਂ ਨੇ ਸਾਨੂੰ ਹੋਰ ਤੇਜ਼ ਤੁਰਨ ਲਈ ਕਿਹਾ। ਹੋਰ ਤੇਜ਼। ਸੂਰ ਦੇ ਪੁੱਤਰੋ, ਓਏ ਸੜੇ ਹੋਏ ਕੁੱਤੀ ਦੇ ਪੁੱਤਰੋ, ਕਿਉਂ ਨਹੀਂ? ਉਸ ਤੋਰ ਨੇ ਸਾਨੂੰ ਥੋੜਾ ਜਿਹਾ ਗਰਮ ਕੀਤਾ। ਸਾਡੀਆਂ ਨਾੜੀਆਂ 'ਚ ਖੂਨ ਹੁਣ ਹੋਰ ਥੋੜਾ ਤੇਜ਼ੀ ਨਾਲ ਵਗਣ ਲੱਗ ਪਿਆ ਸੀ। ਮਹਿਸੂਸ ਹੋਇਆ ਜਿਵੇਂ ਜਾਨ ਪੈ ਰਹੀ ਹੋਵੇ। ਹੋਰ ਤੇਜ਼। ਓਏ ਗੰਦੇ ਕੁੱਤੀ ਦੇ ਪੁੱਤਰੋ। ਅਸੀਂ ਹੁਣ ਮਾਰਚ ਨਹੀਂ ਸੀ ਕਰ ਰਹੇ, ਅਸੀਂ ਦੌੜ ਰਹੇ ਸਾਂ, ਜਿਵੇਂ ਕੋਈ ਆਟੋਮੈਟਿਕ ਮਸ਼ੀਨ ਹੋਵੇ। ਜਰਮਨ ਫੌਜੀ ਵੀ ਸਾਡੇ ਨਾਲ ਨਾਲ ਦੌੜ ਰਹੇ ਸਨ। ਉਹਨਾਂ ਦੇ ਹੱਥਾਂ 'ਚ ਹਥਿਆਰ ਸਨ। ਇਉਂ ਲੱਗ ਰਿਹਾ ਸੀ ਜਿਵੇਂ ਅਸੀਂ ਉਹਨਾਂ ਦੇ ਅੱਗੇ ਅੱਗੇ ਭੱਜੇ ਜਾਂਦੇ ਹੋਈਏ। ਕਾਲੀ ਬੋਲੀ ਰਾਤ, ਕੁਝ ਵੀ ਨਹੀਂ ਦਿਸਦਾ ਸੀ। ਕਦੇ ਕਦਾਈ ਕੋਈ ਧਮਾਕਾ ਸੁਣਾਈ ਦੇ ਜਾਂਦਾ ਸੀ। ਉਹਨਾਂ ਨੂੰ ਹੁਕਮ ਸਨ ਕਿ ਜੇ ਕੋਈ ਬਾਕੀਆਂ ਨਾਲ ਨਹੀਂ ਸੀ ਦੌੜ ਸਕਦਾ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਏ। ਉਹਨਾਂ ਦੀਆਂ ਉਂਗਲੀਆਂ ਉਹਨਾਂ ਦੇ ਹਥਿਆਰਾਂ ਦੇ ਘੋੜਿਆਂ ਤੇ ਸਨ। ਉਹ ਆਪਣੇ ਆਪ ਨੂੰ ਇਸ ਖੁਸ਼ੀ ਤੋਂ ਵਾਂਝਿਆ ਨਹੀਂ ਸੀ ਰੱਖ ਰਹੇ। ਜੇ ਕੋਈ ਵੀ 1 ਸਕਿੰਟ ਲਈ ਸਾਡੇ ਵਿੱਚੋਂ ਰੁਕ ਜਾਂਦਾ ਤਾਂ ਇੱਕੋ ਤੇਜ਼ ਆਵਾਜ਼ ਨਾਲ ਉਹ ਢਹਿ ਢੇਰੀ ਹੋ ਜਾਂਦਾ ਤੇ ਉਸ ਕੁੱਤੀ ਦੇ ਪੁੱਤਰ ਨੂੰ ਪਾਰ ਬੁਲਾ ਦਿੱਤਾ ਜਾਂਦਾ। ਮੈਂ ਕਿਸੇ ਮਸ਼ੀਨ ਵਾਂਗ ਇੱਕ ਅੱਗੇ ਦੂਜਾ ਪੈਰ ਚੁੱਕ ਚੁੱਕ ਰੱਖੀ ਜਾਂਦਾ ਸੀ। ਮੈਂ ਮੇਰੇ ਪਿੰਜਰ ਹੋਏ ਸਰੀਰ ਨੂੰ ਧੱਕੀ ਜਾ ਰਿਹਾ ਸੀ, ਜਿਹੜਾ ਇੰਨਾ ਭਾਰਾ ਲੱਗ ਰਿਹਾ ਸੀ ਕਿ ਜੇ ਕਿਧਰੇ ਮੈਂ ਇਸ ਤੋਂ ਖਹਿੜਾ ਛੁਡਵਾ ਸਕਦਾ। ਮੇਰੀ ਇਸ ਕੋਸ਼ਿਸ਼ ਦੇ ਬਾਵਜੂਦ ਵੀ ਮੈਂ ਆਪਣੇ ਸਰੀਰ 'ਚ 2 ਮਹਿਸੂਸ ਕਰ ਰਿਹਾ ਸਾਂ, ਮੇਰਾ ਸਰੀਰ ਤੇ ਮੈਂ। ਮੈਨੂੰ ਇਸ ਸੋਚ ਨਾਲ ਨਫ਼ਰਤ ਸੀ। ਮੈਂ ਆਪਣੇ ਆਪ ਦੁਹਰਾਈ ਜਾ ਰਿਹਾ ਸੀ, ਸੋਚਣਾ, ਰੁਕਣਾ ਨਾ, ਦੌੜ। ਮੇਰੇ ਨੇੜੇ ਹੀ ਕੋਈ ਆਦਮੀ ਗੰਦੀ ਬਰਫ਼ 'ਚ ਡਿੱਗਦੇ ਜਾਂਦੇ ਸਨ। ਗੋਲੀ। ਮੇਰੇ ਇੱਕ ਪਾਸੇ ਉਹ ਜਵਾਨ ਮੁੰਡਾ ਪੋਲੈਂਡ ਤੋਂ, ਜਿਹਦਾ ਨਾਮ ਜ਼ਲਮਾਨ ਸੀ। ਉਹ ਬੂਨਾ ਵਿੱਚ ਬਿਜਲੀ ਦੇ ਸਮਾਨ ਵਾਲੇ ਕਾਰਖਾਨੇ 'ਚ ਕੰਮ ਕਰਦਾ ਸੀ। ਉਹ ਉਸ 'ਤੇ ਇਸ ਲਈ ਹੱਸਦੇ ਸਨ ਕਿ ਹਰ ਛੋਟੀ ਮੋਟੀ ਗੱਲ 'ਤੇ ਉਹ ਅਰਦਾਸਾਂ ਕਰਨ ਲੱਗ ਜਾਂਦਾ ਸੀ। ਸੱਚ ਤੋਂ ਬਚਣ ਦਾ ਉਹਦਾ ਆਪਣਾ ਤਰੀਕਾ ਸੀ, ਮਾਰ ਕੁੱਟ ਤੋਂ ਬਚਣ ਲਈ, ਤਾਂ ਕਿ ਮਹਿਸੂਸ ਨਾ ਹੋਵੇ। ਉਹਨੂੰ ਅਚਾਨਕ ਢਿੱਡ 'ਚ ਮਰੋੜ ਉੱਠਿਆ। ਮੇਰਾ ਢਿੱਡ ਦੁਖਦਾ ਹੈ, ਉਹਨੇ ਮੇਰੇ ਕੰਨ 'ਚ ਕਿਹਾ। ਉਹ ਅੱਗੇ ਹੋਰ ਨਹੀਂ ਸੀ ਜਾ ਸਕਦਾ। ਉਹਨੂੰ ਇੱਕ ਪਲ ਲਈ ਰੁਕਣਾ ਪਿਆ। ਮੈਂ ਉਹਦੀ ਮਿੰਨਤ ਕੀਤੀ, ਜ਼ਲਮਾਨ ਥੋੜਾ ਰੁਕ, ਆਪਾਂ ਛੇਤੀ ਰੁਕਣ ਵਾਲੇ ਹਾਂ। ਅਸੀਂ ਇਉਂ ਦੁਨੀਆ ਦੇ ਆਖਰੀ ਕੋਨੇ ਤੱਕ ਥੋੜਾ ਭੱਜਦੇ ਰਹਾਂਗੇ। ਪਰ ਭੱਜਦਿਆਂ ਭੱਜਦਿਆਂ ਉਹਨੇ ਆਪਣੇ ਬਟਨ ਖੋਲ੍ਹਣੇ ਸ਼ੁਰੂ ਕਰ ਦਿੱਤੇ। ਉਹ ਰੋ ਰਿਹਾ ਸੀ, ਮੈਂ ਹੋਰ ਅੱਗੇ ਨਹੀਂ ਜਾ ਸਕਦਾ, ਮੇਰਾ ਢਿੱਡ ਫਟ ਜਾਏਗਾ। ਕੋਸ਼ਿਸ਼ ਕਰ ਜ਼ਲਮਾਨ, ਕੋਸ਼ਿਸ਼, ਮੈਥੋਂ ਨਹੀਂ। ਉਹਨੇ ਬੜੇ ਦੁੱਖ ਨਾਲ ਹੁੰਗਰ ਭਰੀ। ਉਹਦੀ ਪੈਂਟ ਹੇਠਾਂ ਖਿਸਕ ਗਈ ਤੇ ਥੋੜਾ ਕੋਢਾ ਹੋਇਆ।
ਇਹੋ ਤਸਵੀਰ ਮੇਰੇ ਦਿਮਾਗ 'ਚ ਉਹਦੀ ਛਪੀ ਹੋਈ ਹੈ। ਮੈਨੂੰ ਨਹੀਂ ਲੱਗਦਾ ਕਿ ਕਿਸੇ ਜਰਮਨ ਫੌਜੀ ਨੇ ਉਹਨੂੰ ਮਾਰ ਦਿੱਤਾ ਹੋਵੇਗਾ, ਕਿਉਂਕਿ ਕਿਸੇ ਨੇ ਵੀ ਦੇਖਿਆ ਨਹੀਂ ਸੀ। ਉਹ ਜ਼ਰੂਰ ਪਿੱਛੋਂ ਆ ਰਹੀ ਭੀੜ ਦੇ ਪੈਰਾਂ ਹੇਠ, ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਸਨ, ਆ ਗਿਆ ਹੋਵੇਗਾ। ਮੈਂ ਇੱਕਦਮ ਉਹਨੂੰ ਭੁੱਲ ਚੁੱਕਾ ਸਾਂ। ਮੈਂ ਫਿਰ ਆਪਣੇ ਬਾਰੇ ਸੋਚਣ ਲੱਗ ਪਿਆ ਸਾਂ। ਮੇਰੇ ਜ਼ਖਮੀ ਪੈਰ ਕਰਕੇ ਹਰ ਕਦਮ 'ਚ ਮੇਰੇ ਅੰਦਰ ਚੀਸਾਂ ਉੱਠਦੀਆਂ ਸਨ। ਕੁਝ ਕੁ ਗਜ਼ ਹੋਰ, ਮੈਂ ਸੋਚ ਰਿਹਾ ਸਾਂ, ਕੁਝ ਹੋਰ ਕਦਮ ਤੇ ਉਹ ਆਖਰੀ ਹੋਏਗਾ। ਮੈਂ ਡਿੱਗ ਪਵਾਂਗਾ, ਇੱਕ ਚਮਕ ਲਾਲ ਜਿਹੇ ਧਮਾਕੇ ਦੀ। ਮੌਤ ਨੇ ਮੈਨੂੰ ਘੇਰਾ ਪਾ ਲਿਆ ਸੀ ਤੇ ਮੈਂ ਕੁਚਲਿਆ ਗਿਆ। ਇਹ ਮੈਨੂੰ ਚੰਬੜ ਗਿਆ ਸੀ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਇਹਨੂੰ ਛੋਹ ਵੀ ਨਹੀਂ ਸਕਦਾ। ਮੇਰਾ ਵਿਚਾਰ ਕਦੇ ਵੀ ਮਰਨ ਦਾ ਨਹੀਂ ਸੀ। ਮੈਨੂੰ ਆਪਣੇ ਵੱਲ ਖਿੱਚਣ ਲੱਗ ਪਿਆ ਕਿ ਮੈਂ ਹੁਣ ਹਾਂ ਹੀ ਨਹੀਂ। ਨਤੀਜਾ, ਮੈਨੂੰ ਆਪਣੇ ਪੈਰ ਦਾ ਦਰਦ ਨਹੀਂ ਸੀ ਮਹਿਸੂਸ ਹੁੰਦਾ। ਮੈਂ ਕੁਝ ਵੀ ਨਹੀਂ ਸੀ ਮਹਿਸੂਸ ਕਰ ਰਿਹਾ, ਨਾ ਕੋਈ ਥਕਾਵਟ, ਨਾ ਕੋਈ ਓਪਰਾਪਨ, ਕੁਝ ਵੀ ਨਹੀਂ। ਆਪਣੇ ਆਪ ਨੂੰ ਪਾਸੇ ਕਰਨ ਲਈ ਹੌਲੀ ਦੇਣੇ ਖਿਸਕ ਕੇ ਇੱਕ ਪਾਸੇ ਹੋ ਜਾਣਾ, ਸੜਕ ਦੇ ਕਿਨਾਰੇ। ਮੇਰੀ ਪਿਤਾ ਜੀ ਦੀ ਹੋਂਦ ਨਹੀਂ ਮੈਨੂੰ ਰੋਕਿਆ। ਉਹ ਮੇਰੇ ਨਾਲ ਹੀ ਇੱਕ ਪਾਸੇ ਦੌੜ ਰਹੇ ਸਨ। ਉਹਨਾਂ ਦਾ ਸਾਹ ਉਖੜ ਗਿਆ ਸੀ। ਉਹਨਾਂ ਦੀ ਤਾਕਤ ਵੀ ਖਤਮ ਹੋ ਰਹੀ ਲੱਗਦੀ ਸੀ ਤੇ ਉਹਨਾਂ ਦੀ ਸੋਚ ਵੀ ਜਵਾਬ ਦੇ ਰਹੀ ਲੱਗਦੀ ਸੀ। ਮੈਨੂੰ ਕੋਈ ਹੱਕ ਨਹੀਂ ਸੀ ਕਿ ਮੈਂ ਆਪਣੇ ਆਪ ਮੌਤ ਨੂੰ ਗਲੇ ਲਾਵਾਂ, ਪਰ ਉਹ ਮੈਥੋਂ ਬਿਨਾਂ ਕੀ ਕਰਨਗੇ? ਮੈਂ ਉਹਨਾਂ ਦਾ ਇੱਕੋ ਇੱਕ ਸਹਾਰਾ ਸੀ। ਇਹਨਾਂ ਵਿਚਾਰਾਂ ਨੇ ਕੁਝ ਸਮਾਂ ਲੈ ਲਿਆ ਸੀ। ਇਸ ਦੌਰਾਨ ਮੈਂ ਬਿਨਾਂ ਕਿਸੇ ਮਹਿਸੂਸ ਕਰਨ ਤੋਂ ਦੌੜਦਾ ਰਿਹਾ ਸਾਂ। ਮੇਰੇ ਪੈਰ ਦੀ ਪੀੜ ਦੀ ਮੈਨੂੰ ਕੋਈ ਹੋਸ਼ ਨਹੀਂ ਸੀ ਰਹੀ। ਮੈਨੂੰ ਇਹ ਵੀ ਅਹਿਸਾਸ ਨਹੀਂ ਸੀ ਕਿ ਮੈਂ ਦੌੜ ਰਿਹਾ, ਨਾ ਹੀ ਮੈਨੂੰ ਕੁਝ ਪਤਾ ਸੀ ਕਿ ਇਹ ਮੇਰਾ ਸਰੀਰ ਹੈ ਤੇ ਮੈਂ ਸੜਕ ਤੇ ਦੌੜਿਆ ਜਾ ਰਿਹਾ। ਉਹ ਵੀ ਇਹ ਕਿ ਹਜ਼ਾਰਾਂ ਲੋਕ ਮੇਰੇ ਨਾਲ ਦੌੜ ਰਹੇ ਨੇ। ਜਦੋਂ ਮੈਂ ਆਪਣੀ ਹੋਸ਼ 'ਚ ਆਉਣਾ ਸ਼ੁਰੂ ਕੀਤਾ ਤਾਂ ਮੈਂ ਆਪਣੀ ਰਫ਼ਤਾਰ ਘੱਟ ਕਰਨੀ ਚਾਹੀ, ਪਰ ਕੋਈ ਚਾਰਾ ਨਹੀਂ ਸੀ। ਇੱਕ ਬੜੀ ਵੱਡੀ ਲੋਕਾਂ ਦੀ ਛੱਲ ਨਾਲ ਹੀ ਆ ਰਹੀ ਸੀ ਤੇ ਉਹਨੇ ਮੈਨੂੰ ਕੀੜੀ ਵਾਂਗ ਮਸਲ ਕੇ ਰੱਖ ਦੇਣਾ ਸੀ। ਮੈਂ ਸੁੱਤਾ ਹੀ ਤੁਰਿਆ ਜਾ ਰਿਹਾ ਸੀ। ਮੈਂ ਕਿਵੇਂ ਨਾ ਕਿਵੇਂ ਆਪਣੀਆਂ ਅੱਖਾਂ ਬੰਦ ਕੀਤੀਆਂ ਤਾਂ ਕਿ ਮੈਂ ਸੁੱਤਾ ਹੋਇਆ ਹੀ ਦੌੜਿਆ ਜਾਵਾਂ। ਕਦੇ ਕਦਾਈ ਕੋਈ ਮੈਨੂੰ ਪਿੱਛੋਂ ਧੱਕਾ ਮਾਰ ਦਿਆ ਕਰਦਾ ਸੀ ਤੇ ਮੈਨੂੰ ਜਾਗ ਆ ਜਾਂਦੀ ਸੀ। ਦੂਜਾ ਕੋਈ ਕਹਿ ਰਿਹਾ ਲੱਗਦਾ ਸੀ, ਤੇਜ਼ ਦੌੜ, ਜੇ ਤੂੰ ਨਹੀਂ ਦੌੜਨਾ ਤਾਂ ਪਿੱਛੇ ਵਾਲਿਆਂ ਨੂੰ ਅੱਗੇ ਆਉਣ ਦੇ। ਸਿਰਫ ਮੈਨੂੰ ਇੱਕ ਸਕਿੰਟ ਲਈ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਂਦੀਆਂ ਸਨ ਤਾਂ ਕਿ ਮੈਂ ਸਾਰੀ ਦੁਨੀਆ ਨੂੰ ਅੱਗੋਂ ਜਾਂਦਿਆਂ ਦੇਖ ਸਕਾਂ, ਤਾਂ ਕਿ ਮੈਨੂੰ ਪੂਰੇ ਜੀਵਨ ਦਾ ਸੁਪਨਾ ਦਿਸ ਪਵੇ। ਇੱਕ ਸੜਕ ਜਿਹਦਾ ਕੋਈ ਅੰਤ ਨਹੀਂ ਸੀ, ਜਿੱਥੇ ਕਿਸੇ ਨੂੰ ਵੀ ਭੀੜ 'ਚ ਧੱਕੇ ਦਿੱਤੇ ਜਾ ਸਕਦੇ ਸਨ, ਜਿੱਥੇ ਕੋਈ ਵੀ ਅੰਨੀ ਕਿਸਮਤ ਨਾਲ ਘੜੀਸਿਆ ਜਾ ਸਕਦਾ ਸੀ। ਜਦੋਂ ਜਰਮਨ ਫੌਜੀ ਥੱਕ ਜਾਂਦੇ ਸਨ ਤਾਂ ਥੱਕਿਆ ਹੋਇਆਂ ਦੀ ਥਾਂ ਹੋਰ ਆ ਜਾਂਦੇ ਸਨ, ਪਰ ਸਾਨੂੰ ਬਦਲਣ ਵਾਲਾ ਕੋਈ ਨਹੀਂ ਸੀ। ਸਾਡੇ ਸਰੀਰ ਦੇ ਸਾਰੇ ਅੰਗ ਬਰਫ਼ ਨਾਲ ਸੁੰਨ ਹੋ ਚੁੱਕੇ ਸਨ। ਭੱਜਦੇ ਰਹਿਣ ਦੇ ਬਾਵਜੂਦ ਵੀ ਸਾਡੇ ਸੰਗ ਖੁਸ਼ਕ ਹੋ ਚੁੱਕੇ ਸਨ। ਉੱਤੋਂ ਭੁੱਖ ਨਾਲ ਬੁਰਾ ਹਾਲ, ਸਾਹੋ ਸਾਹ ਹੋਏ ਅਸੀਂ ਭੱਜੇ ਜਾ ਰਹੇ ਸਾਂ। ਅਸੀਂ ਕੁਦਰਤ ਦੇ ਮਾਲਕ ਸਾਂ, ਦੁਨੀਆ ਦੇ ਮਾਲਕ। ਅਸੀਂ ਹਰ ਚੀਜ਼ ਭੁੱਲ ਚੁੱਕੇ ਸਾਂ। ਡੂੰਘਾਈ, ਥਕਾਵਟ, ਸਾਡੀਆਂ ਕੁਦਰਤੀ ਲੋੜਾਂ। ਠੰਡ ਨਾਲੋਂ ਵੀ ਭੁੱਖ ਤਾਕਤਵਰ ਸੀ। ਅਸੀਂ ਗੋਲੀ ਨਾਲੋਂ ਵੀ ਤਕੜੇ ਸਾਂ। ਮਰਨ ਦੀ ਇੱਛਾ, ਨਕਾਰੇ ਹੋਏ ਲੋਕ, ਪਤਾ ਨਹੀਂ ਕਿੱਧਰ ਜਾਣਾ ਹੈ, ਸਿਰਫ ਨੰਬਰ। ਇਸ ਦੁਨੀਆ ਤੇ ਅਸੀਂ ਹੀ ਅਸਲੀ ਮਨੁੱਖ ਸਾਂ। ਅਖੀਰ ਘੁਸਮੁਸੇ ਅਸਮਾਨ ਵਿੱਚ ਸਵੇਰ ਵਾਲਾ ਤਾਰਾ ਚਮਕਿਆ। ਕੋਈ ਅਣਮਿੱਥੀ ਰੌਸ਼ਨੀ ਦਿਸ ਹੱਦੇ ਤੇ ਚਮਕ ਪਈ ਸੀ। ਅਸੀਂ ਬੁਰੀ ਤਰ੍ਹਾਂ ਥੱਕ ਚੁੱਕੇ ਸਾਂ। ਸਾਡੇ ਵਿੱਚੋਂ ਸਾਹ ਸੱਤ ਖਤਮ ਹੋ ਚੁੱਕਾ ਸੀ। ਕੋਈ ਭਰਮ ਨਹੀਂ ਸੀ ਰਿਹਾ। ਕਮਾਂਡਰ ਨੇ ਐਲਾਨ ਕੀਤਾ ਕਿ ਜਿੱਥੋਂ ਅਸੀਂ ਚੱਲੇ ਸਾਂ 42 ਕਿਲੋਮੀਟਰ ਦਾ ਫਾਸਲਾ ਅਸੀਂ ਤੈਅ ਕਰ ਲਿਆ ਸੀ। ਬੜਾ ਲੰਮਾ ਸਮਾਂ ਪਹਿਲਾਂ ਅਸੀਂ ਥਕਾਵਟ ਦੀ ਹੱਦ ਨੂੰ ਪਾਰ ਕਰ ਚੁੱਕੇ ਸਾਂ। ਸਾਡੀਆਂ ਲੱਤਾਂ ਕਿਸੇ ਮਸ਼ੀਨ ਵਾਂਗ ਆਪਣੇ ਆਪ ਚੱਲ ਰਹੀਆਂ ਸਨ, ਕਿਸੇ ਅਹਿਸਾਸ ਤੋਂ ਬਿਨਾਂ। ਉਹ ਸਾਥੋਂ ਬਿਨਾਂ ਤੁਰ ਤੇ ਚੱਲ ਰਹੀਆਂ ਸਨ। ਅਸੀਂ ਇੱਕ ਉੱਜੜ ਚੁੱਕੇ ਪਿੰਡ ਵਿੱਚੋਂ ਲੰਘ ਰਹੇ ਸਾਂ। ਇੱਕ ਵੀ ਜਿਉਂਦਾ ਬੰਦਾ ਦਿਖਾਈ ਨਹੀਂ ਸੀ ਦੇ ਰਿਹਾ। ਕਿਸੇ ਕੁੱਤੇ ਦੇ ਭੌਂਕਣ ਦੀ ਕੋਈ ਆਵਾਜ਼ ਨਹੀਂ। ਘਰ ਦੀਆਂ ਖਿੜਕੀਆਂ ਦੇ ਮੂੰਹ ਅੱਡੇ ਹੋਏ ਸਨ,
ਕੁਝ ਕੁ ਜਣੇ ਖਿਸਕ ਕੇ ਘਰਾਂ ਅੰਦਰ ਲੁਕਣ ਛਿਪਣ ਜਾ ਰਹੇ ਸਨ। 1 ਘੰਟੇ ਦਾ ਮਾਰਚ ਅਜੇ ਬਾਕੀ ਸੀ। ਅਖੀਰ ਆਰਾਮ ਕਰਨ ਦਾ ਹੁਕਮ ਹੋਇਆ। ਅਸੀਂ ਸਾਰੇ ਇੱਕੋ ਵਾਰੀ ਧੜਮ ਕਰਕੇ ਬਰਫਾਂ ਵਿੱਚ ਕਿਸੇ ਇੱਕ ਬੰਦੇ ਵਾਂਗ ਡਿੱਗੇ। ਮੇਰੇ ਪਿਤਾ ਜੀ ਨੇ ਮੈਨੂੰ ਹਿਲਾਇਆ। ਇੱਥੇ ਨਹੀਂ, ਉੱਠ, ਥੋੜਾ ਜਿਹਾ ਹੋਰ ਅੱਗੇ, ਉਹ ਸਾਹਮਣੇ ਇੱਕ ਕੋਠਾ ਹੈ, ਆ ਜਾ। ਨਾ ਤਾਂ ਮੇਰਾ ਜੀ ਕਰਦਾ ਸੀ ਉੱਠਣ ਲਈ ਤੇ ਨਾ ਹੀ ਮੇਰੇ 'ਚ ਕੋਈ ਤਾਕਤ ਬਚੀ ਸੀ। ਫਿਰ ਵੀ ਮੈਂ ਉਹਨਾਂ ਦਾ ਕਹਿਣਾ ਮੰਨਿਆ। ਇਹ ਕੋਈ ਕੋਠਾ ਨਹੀਂ ਸੀ, ਸਗੋਂ ਇੱਟਾਂ ਬਣਾਉਣ ਵਾਲਾ ਕੋਈ ਕਾਰਖਾਨਾ ਰਿਹਾ ਹੋਏਗਾ। ਇਹਦੀ ਛੱਤ ਢਹਿ ਕੇ ਹੇਠਾਂ ਡਿੱਗੀ ਪਈ ਸੀ। ਖਿੜਕੀਆਂ ਟੁੱਟ ਚੁੱਕੀਆਂ ਸਨ। ਕੰਧਾਂ ਤੇ ਖਾਲੀ ਕਾਲਖ ਜੰਮੀ ਹੋਈ ਸੀ। ਇਸ ਦੇ ਅੰਦਰ ਜਾਣਾ ਵੀ ਕੋਈ ਸੌਖਾ ਨਹੀਂ ਸੀ। ਬੂਹੇ ਤੇ ਸੈਂਕੜੇ ਕੈਦੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਅਸੀਂ ਕਿਵੇਂ ਨਾ ਕਿਵੇਂ ਅੰਦਰ ਜਾਣ 'ਚ ਕਾਮਯਾਬ ਹੋ ਗਏ ਸਾਂ। ਉੱਥੋਂ ਵੀ ਹੇਠਾਂ ਬੜੀ ਬਰਫ਼ ਪਈ ਸੀ। ਮੈਂ ਉਸ ਬਰਫ਼ 'ਚ ਡਿੱਗ ਹੀ ਪਿਆ। ਉਸ ਵੇਲੇ ਮੈਨੂੰ ਆਪਣੀ ਥਕਾਵਟ ਦਾ ਅਹਿਸਾਸ ਹੋਇਆ ਸੀ। ਬਰਫ਼ ਕਿਸੇ ਗਲੀਚੇ ਵਰਗੀ ਲੱਗਦੀ ਸੀ, ਸੁਖਦਾਈ, ਨਰਮ ਤੇ ਗਰਮ। ਮੈਂ ਸੌਂ ਗਿਆ। ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀ ਦੇਰ ਸੁੱਤਾ ਰਿਹਾ ਹੋਵਾਂਗਾ, ਕੁਝ ਪਲ ਜਾਂ ਕੁਝ ਘੰਟੇ। ਜਦੋਂ ਮੇਰੀ ਨੀਂਦ ਖੁੱਲੀ ਤਾਂ ਕੋਈ ਠੰਡਾ ਹੱਥ ਮੇਰੀਆਂ ਗੱਲਾਂ ਨੂੰ ਥਪਥਪਾ ਰਿਹਾ ਸੀ। ਮੈਂ ਜ਼ਬਰਦਸਤੀ ਅੱਖਾਂ ਖੋਲ੍ਹੀਆਂ। ਮੇਰੇ ਪਿਤਾ ਜੀ ਸਨ। ਉਹ ਇੱਕੋ ਰਾਤ 'ਚ ਕਿੰਨੇ ਬੁੱਢੇ ਹੋ ਗਏ ਲੱਗਦੇ ਸਨ। ਉਹਨਾਂ ਦਾ ਸਰੀਰ ਜਿਵੇਂ ਅੰਦਰੋਂ ਸੁੰਗੜ ਕੇ ਬਾਹਰੋਂ ਪਿਚਕ ਗਿਆ ਹੋਵੇ। ਉਹਨਾਂ ਦੀਆਂ ਅੱਖਾਂ ਡੌਰ ਭੌਰ ਹੋਈਆਂ ਸਨ। ਉਹਨਾਂ ਦੇ ਬੁੱਲ੍ਹਾਂ 'ਤੇ ਸਿਕਰੀ ਆ ਚੁੱਕੀ ਸੀ। ਉਹਨਾਂ ਦਾ ਹਰ ਅੰਗ ਕਿਸੇ ਅੰਤਾਂ ਦਾ ਥੱਕ ਚੁੱਕੇ ਸਰੀਰ ਦੀ ਸ਼ਾਦੀ ਭਰ ਰਿਹਾ ਸੀ। ਉਹਨਾਂ ਦੀ ਆਵਾਜ਼ ਹੰਝੂਆਂ ਕਰਕੇ ਤੇ ਬਰਫ਼ ਦੀ ਠੰਡ ਨਾਲ ਸਿੱਲੀ ਹੋ ਗਈ ਸੀ। ਹੁਣ ਤੂੰ ਨੀਂਦ ਨੂੰ ਆਪਣੇ ਤੇ ਭਾਰੂ ਨਾ ਹੋਣ ਦੇਵੀਂ, ਇਲੀਜ਼ਰ। ਬਰਫ਼ ਵਿੱਚ ਸੌਣਾ ਬੜਾ ਖਤਰਨਾਕ ਹੁੰਦਾ ਹੈ। ਕਿਤੇ ਇਹ ਨਾ ਹੋਵੇ ਕਿ ਸਦਾ ਦੀ ਨੀਂਦ ਹੀ ਸੌਂ ਜਾਵੇਂ। ਚੱਲ ਆ, ਉੱਠ, ਹੁਣ ਖੜਾ ਹੋ। ਉੱਠ ਕੇ ਖੜਾ ਹੋ। ਮੈਂ ਇਸ ਗੱਦੇਦਾਰ ਬਿਸਤਰੇ 'ਚੋਂ ਕਿਵੇਂ ਉੱਠ ਕੇ ਖੜਾ ਹੋ ਜਾਵਾਂ? ਜੋ ਕੁਝ ਮੇਰੇ ਪਿਤਾ ਜੀ ਕਹਿ ਰਹੇ ਸਨ ਮੈਂ ਸੁਣ ਸਕਦਾ ਸਾਂ, ਪਰ ਇਹਨਾਂ ਸ਼ਬਦਾਂ ਦੇ ਅਰਥ ਮੈਨੂੰ ਥੋਥੇ ਲੱਗ ਰਹੇ ਸਨ। ਜਿਵੇਂ ਮੈਨੂੰ ਉਹ ਕਹਿ ਰਹੇ ਹੋਣ ਕਿ ਸਾਰੀ ਵੱਡੀ ਇਮਾਰਤ ਨੂੰ ਆਪਣੇ ਦੰਦਾਂ ਹੱਥਾਂ ਨਾਲ ਚੁੱਕ, ਆ ਜਾ, ਆ ਜਾ, ਉੱਠ। ਮੈਂ ਦੰਦ ਕਰੀਚਦਾ ਉੱਠਿਆ। ਉਹ ਮੈਨੂੰ ਆਪਣੀ ਬਾਂਹ ਨਾਲ ਸਹਾਰਾ ਦੇ ਕੇ ਬਾਹਰ ਲੈ ਗਏ। ਇਹ ਇੰਨਾ ਸੌਖਾ ਨਹੀਂ ਸੀ ਜਿੰਨਾ ਬਾਹਰ ਜਾਣਾ ਔਖਾ ਸੀ। ਅੰਦਰ ਆਉਣਾ ਵੀ ਓਨਾ ਹੀ ਔਖਾ ਕੰਮ ਸੀ। ਸਾਡੇ ਪੈਰਾਂ ਹੇਠਾਂ ਲੋਕ ਆ ਰਹੇ ਸਨ, ਜਿਹੜੇ ਉੱਥੇ ਆ ਕੇ ਲੰਮੇ ਪੈ ਗਏ ਸਨ। ਸਾਡੇ ਪੈਰਾਂ ਥੱਲੇ ਮਰ ਰਹੇ ਲੋਕ, ਮਰੇ ਹੋਏ ਲੋਕ। ਕਿਸੇ ਨੂੰ ਕੋਈ ਪਰਵਾਹ ਨਹੀਂ ਸੀ ਕਿਸੇ ਦੀ। ਅਸੀਂ ਬਾਹਰ ਆ ਗਏ। ਬਰਫਾਨੀ ਹਵਾਵਾਂ ਮੇਰੇ ਚਿਹਰੇ ਨੂੰ ਝੰਬ ਰਹੀਆਂ ਸਨ। ਮੈਂ ਆਪਣੇ ਬੁੱਲ ਬਾਰ-ਬਾਰ ਟੁੱਕ ਰਿਹਾ ਸਾਂ ਤਾਂ ਕਿ ਉਹ ਕਿਧਰੇ ਜੰਮ ਨਾ ਜਾਣ। ਮੇਰੇ ਆਲੇ ਦੁਆਲੇ ਚਾਰੇ ਪਾਸੇ ਮੌਤ ਨੱਚ ਰਹੀ ਸੀ। ਮੇਰਾ ਸਿਰ ਘੁੰਮ ਰਿਹਾ ਸੀ। ਮੈਂ ਕਿਸੇ ਮੁਰਦਾ ਘਾਟ 'ਚ ਤੁਰਿਆ ਫਿਰਦਾ ਸਾਂ। ਆਕੜੀਆਂ ਹੋਈਆਂ ਲਾਸ਼ਾਂ, ਲੱਕੜ ਦੀਆਂ ਗੇਲੀਆਂ, ਦੁੱਖ ਦੀ ਇੱਕ ਵੀ ਆਵਾਜ਼ ਕਿਸੇ ਪਾਸਿਓਂ ਨਹੀਂ ਸੀ ਸੁਣਦੀ। ਕੋਈ ਹੌਕਾ, ਇਕੱਠ ਦਾ ਦੁੱਖ ਜਿਵੇਂ ਇੱਕੋ ਚੁੱਪ 'ਚ ਸਮਾ ਗਿਆ ਹੋਵੇ। ਕੋਈ ਵੀ ਕਿਸੇ ਨੂੰ ਮਦਦ ਨਹੀਂ ਸੀ ਬੁਲਾ ਰਿਹਾ। ਮਦਦ ਲਈ ਨਹੀਂ ਸੀ ਬੁਲਾ ਰਿਹਾ। ਤੁਸੀਂ ਮਰ ਗਏ ਕਿਉਂਕਿ ਤੁਸੀਂ ਮਰਨਾ ਹੀ ਸੀ। ਕੋਈ ਝਗੜਾ ਨਹੀਂ। ਹਰ ਕਿਸੇ ਆਕੜੀ ਹੋਈ ਲਾਸ਼ ਵਿੱਚ ਮੈਂ ਆਪਣੇ ਆਪ ਨੂੰ ਲੱਭ ਰਿਹਾ ਸੀ। ਜਿੰਨੀ ਛੇਤੀ ਹੋ ਸਕੇ ਮੈਂ ਇਹਨਾਂ ਨੂੰ ਨਾ ਦੇਖਾਂ ਤਾਂ ਚੰਗਾ। ਮੈਂ ਕੁਝ ਘੰਟਿਆਂ ਅੰਦਰ ਹੀ ਇਹਨਾਂ ਵਿੱਚੋਂ ਇੱਕ ਹੋਵਾਂਗਾ। ਪਿਤਾ ਜੀ, ਆਓ ਆਪਾਂ ਮੁੜ ਕੇ ਉਸ ਕੋਠੇ ਅੰਦਰ ਚੱਲੀਏ। ਉਹਨਾਂ ਨੇ ਕੋਈ ਜਵਾਬ ਨਹੀਂ ਸੀ ਦਿੱਤਾ। ਉਹ ਮਰ ਚੁੱਕੇ ਲੋਕਾਂ ਵੱਲ ਨਹੀਂ ਸੀ ਦੇਖ ਰਹੇ। ਪਿਤਾ ਜੀ, ਇੱਧਰ ਆ ਜਾਓ। ਅਸੀਂ ਥੋੜ੍ਹੀ ਦੇਰ ਲੰਮੇ ਪੈ ਸਕਦੇ ਹਾਂ, ਵਾਰੀ-ਵਾਰੀ। ਮੈਂ ਤੁਹਾਡਾ ਖਿਆਲ ਰੱਖਾਂਗਾ, ਫਿਰ ਤੁਸੀਂ ਮੇਰਾ ਖਿਆਲ ਰੱਖਣਾ। ਅਸੀਂ ਇੰਝ ਇੱਕ ਦੂਜੇ ਨੂੰ ਨਹੀਂ ਸੌਣ ਦਿਆਂਗੇ। ਅਸੀਂ ਇੱਕ ਦੂਜੇ ਦਾ ਖਿਆਲ ਰੱਖਾਂਗੇ। ਉਹ ਮੰਨ ਗਏ। ਜਿਉਂਦਿਆਂ ਦੇ ਸਰੀਰਾਂ ਦੇ ਉੱਤੋਂ ਤੇ ਮੁਰਦਿਆਂ ਉੱਤੋਂ ਲੰਘਦਿਆਂ ਅਸੀਂ ਕਿਵੇਂ ਨਾ ਕਿਵੇਂ ਮੁੜ ਉਸ ਕੋਠੇ ਅੰਦਰ ਪਹੁੰਚ ਗਏ। ਇੱਥੇ ਅਸੀਂ ਥੱਕੇ ਟੁੱਟੇ ਡਿੱਗ ਪਏ। ਬੇਟਾ, ਡਰਨ ਦੀ ਲੋੜ ਨਹੀਂ, ਸੌਂ ਜਾ। ਜਿੰਨੀ ਦੇਰ ਸੌਣਾ ਮੈਂ ਤੇਰਾ ਖਿਆਲ ਰੱਖਾਂਗਾ। ਨਹੀਂ ਪਿਤਾ ਜੀ, ਪਹਿਲਾਂ ਤੁਸੀਂ ਸੌਂ ਜਾਓ। ਉਹਨਾਂ ਨੇ ਨਾ ਕਰ ਦਿੱਤੀ। ਫਿਰ ਮੈਂ ਲੰਮਾ ਪੈ ਕੇ ਸੌਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਮੇਰੀਆਂ ਅੱਖਾਂ 'ਚ ਨੀਂਦ ਕਿੱਥੇ। ਪਰ ਮੇਰੇ ਅੰਦਰਲੀ ਡੂੰਘੀ ਸੋਚ ਕਹਿ ਰਹੀ ਸੀ ਕਿ ਜੇ ਮੈਂ ਸੌਂ ਗਿਆ ਤਾਂ ਮਰ ਜਾਵਾਂਗਾ।
ਰੱਬ ਜਾਣਦਾ ਕਿ ਕੁਝ ਪਲਾਂ ਦੀ ਨੀਂਦ ਲੈਣ ਲਈ ਮੈਂ ਕੀ ਕੁਝ ਨਹੀਂ ਸੀ ਦੇ ਸਕਦਾ। ਮੇਰੇ ਆਲੇ ਦੁਆਲੇ ਮੌਤ ਚੁੱਪ ਕਰਕੇ ਪਸਰੀ ਜਾ ਰਹੀ ਸੀ, ਬਿਨਾਂ ਕਿਸੇ ਹਿੰਸਾ ਤੋਂ। ਇਹ ਕਿਸੇ ਸੌਂ ਰਹੇ ਬੰਦੇ ਦੇ ਅੰਦਰ ਵੜੇਗੀ ਤੇ ਉਹਨੂੰ ਹੌਲੀ ਹੌਲੀ ਕਰਕੇ ਖਤਮ ਕਰ ਦੇਵੇਗੀ। ਮੇਰੇ ਨੇੜੇ ਹੀ ਕੋਈ ਆਪਣੇ ਗੁਆਂਢੀ ਨੂੰ ਜਗਾ ਰਿਹਾ ਸੀ, ਕੋਈ ਭਰਾ ਜਾਂ ਕੋਈ ਦੋਸਤ। ਫਜ਼ੂਲ ਸੀ। ਥੱਕ ਹਾਰ ਕੇ ਉਹ ਆਪਣੀ ਵਾਰੀ ਅਨੁਸਾਰ ਲੰਮਾ ਪੈ ਕੇ ਸੌਂ ਗਿਆ। ਉਹਨੂੰ ਜਗਾਉਣ ਵਾਲਾ ਕੌਣ ਸੀ? ਮੈਂ ਬਾਹ ਲੰਮੀ ਕਰਕੇ ਉਹਨੂੰ ਛੋਇਆ, ਉੱਠ ਜਾ, ਇੱਥੇ ਨਹੀਂ ਸੌਣਾ। ਉਹਨੇ ਆਪਣੀਆਂ ਅੱਖਾਂ ਖੋਲ੍ਹੀਆਂ। ਮੈਨੂੰ ਨਸੀਹਤ ਨਾ ਕਰ, ਉਹਨੇ ਥੱਕੀ ਆਵਾਜ਼ 'ਚ ਕਿਹਾ। ਮੈਂ ਥੱਕ ਚੁੱਕਾ, ਮੈਨੂੰ ਇਕੱਲਾ ਛੱਡ, ਚਲਾ ਜਾ। ਮੇਰੇ ਪਿਤਾ ਜੀ ਵੀ ਸੌਂ ਰਹੇ ਸਨ। ਮੈਨੂੰ ਉਹਨਾਂ ਦੀਆਂ ਅੱਖਾਂ ਨਹੀਂ ਸੀ ਦਿਸਦੀਆਂ। ਉਹਨਾਂ ਦੀ ਟੋਪੀ ਉਹਨਾਂ ਦੇ ਚਿਹਰੇ 'ਤੇ ਡਿੱਗ ਪਈ ਸੀ। ਉੱਠ ਜਾਓ, ਮੈਂ ਉਹਨਾਂ ਦੇ ਕੰਨ 'ਚ ਕਿਹਾ। ਉਹ ਅੱਬੜਵਾਏ ਉੱਠੇ। ਬੜੇ ਹੈਰਾਨ ਜਿਹੇ ਹੋ ਕੇ ਉਹ ਇੱਧਰ ਉੱਧਰ ਵੇਖਣ ਲੱਗ ਪਏ। ਉਹ ਚਾਰੇ ਪਾਸੇ ਦੇਖ ਰਹੇ ਸਨ, ਜਿਵੇਂ ਉਹਨਾਂ ਆਲੇ ਦੁਆਲੇ ਵਾਲੇ ਲੋਕਾਂ ਦੀ ਕੋਈ ਲਿਸਟ ਬਣਾਉਣੀ ਹੋਵੇ, ਜਿਵੇਂ ਉਹਨਾਂ ਨੇ ਇਹ ਫੈਸਲਾ ਅਚਾਨਕ ਹੀ ਕਰ ਲਿਆ ਹੋਵੇ, ਜਿਵੇਂ ਉਹ ਸੋਚ ਰਹੇ ਹੋਣ ਕਿ ਉਹ ਇਸ ਵੇਲੇ ਕਿੱਥੇ ਨੇ ਤੇ ਉਹਨਾਂ ਦੇ ਆਲੇ ਦੁਆਲੇ ਕੌਣ ਨੇ, ਕਿਉਂ ਨੇ। ਫਿਰ ਉਹ ਮੁਸਕਰਾ ਪਏ। ਮੈਂ ਉਸ ਮੁਸਕਰਾਹਟ ਨੂੰ ਕਦੇ ਵੀ ਨਹੀਂ ਭੁੱਲ ਸਕਦਾ। ਪਤਾ ਨਹੀਂ ਕਿਹੜੀ ਦੁਨੀਆ 'ਚੋਂ ਆਈ ਸੀ। ਬਰਫ਼ ਵੱਡੇ ਵੱਡੇ ਫੰਬਿਆਂ ਵਿੱਚ ਲਾਸ਼ਾਂ 'ਤੇ ਡਿੱਗ ਰਹੀ ਸੀ। ਉਸ ਕੋਠੇ ਦਾ ਟੁੱਟਾ ਜਿਹਾ ਬੂਹਾ ਖੁੱਲ੍ਹਿਆ। ਇੱਕ ਬਜ਼ੁਰਗ ਅੰਦਰ ਆਇਆ। ਉਹਦੀਆਂ ਮੁੱਛਾਂ 'ਤੇ ਬਰਫ਼ ਜੰਮੀ ਹੋਈ ਸੀ। ਬੁੱਲ੍ਹ ਉਹਦੇ ਠੰਡ ਨਾਲ ਨੀਲੇ ਹੋ ਚੁੱਕੇ ਸਨ। ਇਹ ਤਾਂ ਰੱਬੀ ਏਲਿਆਹੂ ਸਨ। ਉਹ ਛੋਟੀ ਪੋਲੈਂਡ ਦੀ ਜਮਾਤ ਦਾ ਪਾਦਰੀ ਸੀ। ਉਹ ਬੜਾ ਚੰਗਾ ਇਨਸਾਨ ਸੀ। ਕੈਂਪ ਵਿੱਚ ਸਾਰੇ ਉਹਨੂੰ ਪਿਆਰ ਕਰਦੇ ਸਨ। ਇੱਥੋਂ ਤੱਕ ਕਿ ਕਾਪੋ ਤੇ ਬਲਾਕ ਦੇ ਇੰਚਾਰਜ ਵੀ ਉਹਨੂੰ ਪਿਆਰ ਕਰਦੇ ਸਨ। ਬਜਾਏ ਔਖੇ ਸਮਿਆਂ ਦੇ ਤੇ ਮੁਸ਼ਕਲਾਂ ਦੇ, ਅਜੇ ਵੀ ਉਹਦੇ ਚਿਹਰੇ 'ਤੇ ਅੰਦਰੂਨੀ ਸੱਚ ਦੀ ਪਰਛਾਈ ਨਜ਼ਰ ਆਉਂਦੀ ਸੀ। ਉਹ ਇੱਕੋ ਇੱਕ ਅਜਿਹਾ ਰੱਬੀ ਸੀ ਜਿਹਨੂੰ ਲੋਕ ਰੱਬੀ ਕਹਿ ਕੇ ਹੀ ਬੁਲਾਉਂਦੇ ਸਨ, ਖਾਸ ਕਰ ਬੂਨਾ ਕੈਂਪ ਵਿੱਚ। ਉਹ ਕਿਸੇ ਪੁਰਾਣੇ ਜ਼ਮਾਨੇ ਦੇ ਸੰਤ ਵਰਗਾ ਸੀ। ਹਮੇਸ਼ਾ ਆਪਣੇ ਹੀ ਲੋਕਾਂ 'ਚ ਘਿਰਿਆ ਰਹਿੰਦਾ ਸੀ ਤੇ ਉਹਨਾਂ ਨੂੰ ਤਸੱਲੀ ਦਿੰਦਾ ਰਹਿੰਦਾ ਸੀ। ਉਹਦੇ ਤਸੱਲੀ ਭਰੇ ਸ਼ਬਦ ਕਦੇ ਵੀ ਕਿਸੇ ਵੱਲੋਂ ਕੋਈ ਕਿੰਤੂ ਤੱਕ ਨਹੀਂ ਸੀ ਉਪਜਾਉਂਦੇ। ਉਹ ਸੱਚਮੁੱਚ ਹੀ ਸ਼ਾਂਤੀ ਦਾ ਮਾਹੌਲ ਪੈਦਾ ਕਰਦੇ ਸਨ। ਉਹ ਕੋਠੇ 'ਚ ਆਇਆ। ਉਹਦੀਆਂ ਅੱਖਾਂ 'ਚ ਖਾਸ ਚਮਕ ਸੀ। ਪਹਿਲਾਂ ਕਦੇ ਅਜਿਹੀ ਚਮਕ ਮੈਂ ਨਹੀਂ ਸੀ ਵੇਖੀ। ਸ਼ਾਇਦ ਕਿਸੇ ਨੇ ਮੇਰੇ ਬੇਟੇ ਨੂੰ ਕਿਧਰੇ ਵੇਖਿਆ ਹੋਵੇ। ਭੀੜ ਵਿੱਚ ਉਹਦਾ ਬੇਟਾ ਗੁੰਮ ਹੋ ਗਿਆ ਸੀ। ਉਹਨੇ ਮਰ ਚੁੱਕੇ ਲੋਕਾਂ 'ਚ ਉਹਨੂੰ ਲੱਭਿਆ ਸੀ, ਪਰ ਉਹ ਨਹੀਂ ਸੀ ਲੱਭਿਆ। ਫਿਰ ਉਹਨੇ ਮੁਰਦਿਆਂ ਤੋਂ ਬਰਫ਼ ਦੀਆਂ ਪਰਤਾਂ ਹਟਾ ਹਟਾ ਕੇ ਵੀ ਉਹਨੂੰ ਲੱਭਿਆ, ਫਿਰ ਵੀ ਨਹੀਂ ਸੀ ਲੱਭਿਆ। 3 ਸਾਲ ਤੱਕ ਦੋਵੇਂ ਪਿਓ ਪੁੱਤ ਇਕੱਠੇ ਰਹੇ ਸਨ। ਹਮੇਸ਼ਾ ਇੱਕ ਦੂਜੇ ਦੇ ਨੇੜੇ ਤੇੜੇ ਰਹੇ, ਇਕੱਠੇ ਦੁੱਖ ਭੋਗੇ, ਇਕੱਠਿਆਂ ਨੇ ਕੁੱਟਾਂ ਮਾਰਾਂ ਖਾਧੀਆਂ, ਡਬਲ ਰੋਟੀ ਦਾ ਰਾਸ਼ਨ ਵੀ ਵੰਡ ਕੇ ਖਾਧਾ, ਅਰਦਾਸਾਂ ਕੀਤੀਆਂ। 3 ਸਾਲ ਇੱਕ ਤੋਂ ਦੂਜੇ ਕੈਂਪ, ਇੱਕ ਤੋਂ ਦੂਜੀ ਚੋਣ ਵਿੱਚੋਂ ਬਚ ਗਏ। ਤੇ ਹੁਣ ਜਦੋਂ ਅੰਤ ਨੇੜੇ ਆ ਰਿਹਾ ਸੀ, ਕਿਸਮਤ ਨੇ ਉਹਨਾਂ ਨੂੰ ਵੱਖਰਾ ਕਰ ਦਿੱਤਾ ਸੀ। ਉਹਨੇ ਮੈਨੂੰ ਨੇੜੇ ਦੇਖ ਕੇ ਰੱਬੀ ਏਲਿਆਹੂ ਨੇ ਕਿਹਾ, ਇਸ ਸੜਕ 'ਤੇ ਹੋਇਆ ਸੀ ਅਸੀਂ ਇੱਕ ਲੜਾਈ, ਮਾਂ ਨੂੰ ਗਵਾ ਕੇ ਹਾਰੀ, ਉਹ ਵੀ ਸਫ਼ਰ ਵਿੱਚ ਹੀ। ਮੈਂ ਮਾਰਚ ਵਾਲੀ ਭੀੜ 'ਚ ਕੁਝ ਪਿੱਛੇ ਰਹਿ ਗਿਆ ਸੀ। ਮੇਰੇ 'ਚ ਦੌੜਨ ਲਈ ਤਾਕਤ ਨਹੀਂ ਸੀ ਰਹੀ ਤੇ ਮੇਰੇ ਪੁੱਤਰ ਨੇ ਸ਼ਾਇਦ ਮੈਨੂੰ ਦੇਖਿਆ ਨਹੀਂ ਸੀ। ਮੈਨੂੰ ਇੰਨਾ ਕੁ ਯਾਦ ਹੈ ਕਿ ਉਹ ਕਦੋਂ ਕਿੱਥੇ ਗਾਇਬ ਹੋ ਗਿਆ। ਮੈਂ ਹੁਣ ਉਹਨੂੰ ਕਿੱਥੇ ਲੱਭਾਂ? ਸ਼ਾਇਦ ਤੂੰ ਉਹਨੂੰ ਕਿਧਰੇ ਦੇਖਿਆ ਹੋਇਆ। ਨਹੀਂ ਰੱਬੀ ਏਲਿਆਹੂ, ਮੈਂ ਉਹਨੂੰ ਨਹੀਂ ਦੇਖਿਆ। ਉਹ ਜਿਵੇਂ ਆਇਆ ਸੀ ਉਵੇਂ ਚਲਾ ਗਿਆ, ਜਿਵੇਂ ਹਵਾ ਨਾਲ ਕੋਈ ਛਾਂ ਗਾਇਬ ਹੋ ਜਾਏ। ਉਹ ਬੂਹੇ 'ਚੋਂ ਬਾਹਰ ਜਾ ਚੁੱਕਾ ਸੀ ਜਦੋਂ ਮੈਨੂੰ ਅਚਾਨਕ ਯਾਦ ਆਇਆ ਕਿ ਉਹਦਾ ਪੁੱਤਰ ਮੇਰੇ ਨਾਲ ਨਹੀਂ, ਨਾਲ ਹੀ ਦੌੜ ਰਿਹਾ ਸੀ। ਮੈਂ ਇਹ ਗੱਲ ਭੁੱਲ ਗਿਆ ਸੀ ਤੇ ਮੈਂ ਰੱਬੀ ਏਲਿਆਹੂ ਨੂੰ ਇਹ ਗੱਲ ਨਹੀਂ ਸੀ ਦੱਸੀ। ਮੈਨੂੰ ਹੁਣ ਕੁਝ ਹੋਰ ਵੀ ਯਾਦ ਆ ਚੁੱਕਾ ਸੀ। ਇਹੋ ਕਿ ਉਹਦੇ ਪੁੱਤਰ ਨੇ ਉਹਨੂੰ ਪਛੜਦਾ ਵੇਖਿਆ ਸੀ, ਕਿ ਉਹ ਲੰਗੜਾ ਕੇ ਭੀੜ ਦੇ ਪਿੱਛੇ ਹੁੰਦਾ ਜਾ ਰਿਹਾ ਸੀ। ਇਹ ਤਾਂ ਉਹਨੇ ਦੇਖ ਲਿਆ ਸੀ, ਪਰ ਉਹਨੇ ਅੱਗੇ ਭੱਜਣਾ ਜਾਰੀ ਰੱਖਿਆ ਸੀ ਤੇ ਉਹਨਾਂ ਦੋਹਾਂ ਵਿਚਕਾਰ ਫਾਸਲਾ ਵੱਧਦਾ ਜਾ ਰਿਹਾ ਸੀ। ਬੜਾ ਭਿਆਨਕ ਖਿਆਲ ਮੇਰੇ ਮਨ 'ਚ ਉੱਭਰਿਆ। ਕਿਧਰੇ ਉਹ ਆਪਣੇ ਪਿਤਾ ਤੋਂ ਖਹਿੜਾ ਤਾਂ ਨਹੀਂ ਸੀ ਛੁਡਵਾਉਣਾ ਚਾਹੁੰਦਾ। ਉਹਨੂੰ ਲੱਗਿਆ ਕਿ ਉਹਦੇ ਪਿਤਾ ਕਮਜ਼ੋਰ ਨੇ। ਉਹਨੇ ਸੋਚਿਆ ਕਿ ਉਹਦੇ ਪਿਤਾ 'ਚ ਪਹਿਲਾਂ ਵਾਲੀ ਤਾਕਤ ਨਹੀਂ ਸੀ ਰਹੀ। ਉਹਨੂੰ ਇਹ ਲੱਗਿਆ ਹੋਏਗਾ ਕਿ ਉਹਦੇ ਪਿਤਾ ਦਾ ਅੰਤ ਨੇੜੇ ਸੀ।
ਸੋ ਉਹਨੇ ਆਉਣ ਵਾਲੀ ਵੱਡੀ ਜ਼ਿੰਮੇਵਾਰੀ ਤੋਂ ਬਚਣ ਲਈ ਇਹ ਤਰੀਕਾ ਸੋਚਿਆ ਹੋਏਗਾ ਕਿ ਪਿਤਾ ਤੋਂ ਦੂਰ ਹੋਣਾ ਹੀ ਠੀਕ ਹੈ, ਕਿਧਰੇ ਉਹਦੇ ਆਪਣੇ ਜਿਉਣ ਦੇ ਮੌਕੇ ਨਾ ਘਟ ਜਾਣ। ਮੈਂ ਇਹ ਗੱਲ ਭੁੱਲ ਕੇ ਚੰਗਾ ਹੀ ਕੀਤਾ ਸੀ। ਮੈਨੂੰ ਇਹ ਗੱਲ ਦੀ ਖੁਸ਼ੀ ਸੀ ਕਿ ਹੁਣ ਰੱਬੀ ਏਲਿਆਹੂ ਆਪਣੇ ਪੁੱਤਰ ਨੂੰ ਲੱਭਦਾ ਹੀ ਰਹੇਗਾ ਤੇ ਮੈਨੂੰ ਮੇਰੇ ਤੋਂ ਇਲਾਵਾ ਮੇਰੇ ਦਿਲ 'ਚ ਇੱਕ ਅਰਦਾਸ ਮੇਰੇ ਦਿਲ ਵਿੱਚ ਉੱਭਰੀ, ਉਸ ਰੱਬ ਲਈ ਜਿਸ ਵਿੱਚ ਹੁਣ ਮੈਨੂੰ ਕੋਈ ਭਰੋਸਾ ਨਹੀਂ ਸੀ ਰਿਹਾ। ਮੇਰੇ ਰੱਬਾ, ਸਾਰੀ ਕਾਇਨਾਤ ਦੇ ਮਾਲਕਾ, ਮੈਨੂੰ ਇੰਨੀ ਤਾਕਤ ਦੇ ਕਿ ਜੋ ਕੁਝ ਏਲਿਆਹੂ ਦੇ ਪੁੱਤਰ ਨੇ ਕੀਤਾ ਮੈਂ ਕਦੇ ਨਾ ਕਰ ਸਕਾਂ। ਬਾਹਰੋਂ ਉੱਚੀਆਂ ਆਵਾਜ਼ਾਂ ਆਉਣ ਲੱਗ ਪਈਆਂ ਸਨ। ਜਿੱਥੇ ਹਨੇਰਾ ਛਾ ਚੁੱਕਾ ਸੀ, ਜਰਮਨ ਅਫਸਰ ਸਾਨੂੰ ਕਤਾਰਾਂ ਬਣਾਉਣ ਲਈ ਹੁਕਮ ਚਾੜ ਰਹੇ ਸਨ। ਮਾਰਚ ਫਿਰ ਸ਼ੁਰੂ ਹੋ ਚੁੱਕਾ ਸੀ। ਮਰੇ ਹੋਏ ਲੋਕ ਬਾਹਰ ਖੁੱਲ੍ਹੀ ਥਾਂ 'ਚ ਪਏ ਰਹੇ। ਉਹਨਾਂ ਤੇ ਬਰਫ਼ ਦੀਆਂ ਪਰਤਾਂ ਜੰਮ ਚੁੱਕੀਆਂ ਸਨ। ਵਿਚਾਰੇ ਵਫਾਦਾਰ ਚੌਕੀਦਾਰ ਬਿਨਾਂ ਕਿਸੇ ਦਫਨਾਉਣ ਵਾਲੀ ਰਸਮ ਦੇ ਉਹ ਮਾਰ ਦਿੱਤੇ ਗਏ ਸਨ। ਕਿਸੇ ਨੇ ਵੀ ਮਰਿਆਂ ਤੋਂ ਮਗਰੋਂ ਵਾਲੀ ਅਰਦਾਸ ਉਹਨਾਂ ਲਈ ਨਹੀਂ ਸੀ ਕੀਤੀ। ਪੁੱਤਰਾਂ ਨੇ ਆਪਣੇ ਪਿਤਾਵਾਂ ਦੀਆਂ ਲਾਸ਼ਾਂ ਇੱਕ ਵੀ ਹੰਝੂ ਵਹਾਏ ਬਿਨਾਂ ਉੱਥੇ ਹੀ ਪਈਆਂ ਰਹਿਣ ਦਿੱਤੀਆਂ ਸਨ। ਰਾਹ ਵਿੱਚ ਬਰਫ਼ ਪੈਂਦੀ ਰਹੀ ਤੇ ਲਗਾਤਾਰ ਬਰਫ਼ ਪੈਂਦੀ ਰਹੀ। ਅਸੀਂ ਮਾਰਚ ਨਹੀਂ ਸਗੋਂ ਹੌਲੀ ਹੌਲੀ ਤੁਰ ਰਹੇ ਸਾਂ। ਸਾਡੇ ਨਾਲ ਤੁਰਦੇ ਫੌਜੀ ਵੀ ਥੱਕ ਚੁੱਕੇ ਸਨ। ਮੇਰੇ ਪੈਰ ਦਾ ਜ਼ਖਮ ਹੁਣ ਦੁਖਦਾ ਨਹੀਂ ਸੀ। ਉਹ ਜ਼ਰੂਰ ਬਰਫ਼ ਕਰਕੇ ਪੂਰੀ ਤਰ੍ਹਾਂ ਜੰਮ ਚੁੱਕਾ ਹੋਏਗਾ। ਮੇਰੇ ਲਈ ਇਹ ਮੇਰਾ ਪੈਰ ਨਹੀਂ ਸੀ। ਮੇਰੇ ਸਰੀਰ ਤੋਂ ਇਹ ਕਿਸੇ ਮੋਟਰ ਦੇ ਟਾਇਰ ਵਾਂਗ ਅੱਡ ਹੋ ਚੁੱਕਾ ਸੀ। ਬੜੀ ਬੁਰੀ ਗੱਲ ਸੀ ਕਿ ਮੈਂ ਆਪਣੇ ਆਪ ਦੀ ਇਹ ਸਾਰਾ ਕੁਝ ਕਰ ਲਿਆ ਸੀ। ਮੈਂ ਇੱਕੋ ਲੱਤ ਨਾਲ ਹੀ ਰਹਿ ਸਕਦਾ ਸੀ। ਸਭ ਤੋਂ ਜ਼ਰੂਰੀ ਗੱਲ ਸੀ ਕਿ ਇਸ ਬਾਰੇ ਸੋਚਿਆ ਹੀ ਨਾ ਜਾਏ ਤੇ ਖਾਸ ਕਰ ਹੁਣ ਇਹ ਖਿਆਲ ਪਿੱਛੋਂ ਵੀ ਆ ਸਕਦੇ ਸਨ। ਸਾਡੇ ਮਾਰਚ ਵਿੱਚ ਅਨੁਸ਼ਾਸਨ ਨਾਮ ਦੀ ਕੋਈ ਗੱਲ ਨਹੀਂ ਸੀ ਰਹੀ। ਅਸੀਂ ਤੁਰੇ ਜਾ ਰਹੇ ਸਾਂ ਜਿਵੇਂ ਸਾਡਾ ਜੀਅ ਕਰਦਾ ਸੀ। ਸਾਨੂੰ ਹੁਣ ਗੋਲੀ ਚੱਲਣ ਦੀ ਆਵਾਜ਼ ਨਹੀਂ ਸੀ ਸੁਣਦੀ। ਸਾਡੇ ਨਾਲ ਦੇ ਫੌਜੀ ਵੀ ਥੱਕ ਚੁੱਕੇ ਹੋਣਗੇ, ਪਰ ਮੌਤ ਨੂੰ ਉਹਨਾਂ ਤੋਂ ਕੋਈ ਮਦਦ ਨਹੀਂ ਸੀ ਚਾਹੀਦੀ। ਅੰਤਾਂ ਦੀ ਠੰਡ ਬੜੀ ਇਮਾਨਦਾਰੀ ਨਾਲ ਇਹ ਕੰਮ ਬਾਖੂਬੀ ਕਰੀ ਜਾ ਰਹੀ ਸੀ। ਹਰ ਕਦਮ ਤੇ ਕੋਈ ਨਾ ਕੋਈ ਡਿੱਗ ਪੈਂਦਾ ਸੀ ਤੇ ਮੁੜ ਕੇ ਉਹਨੂੰ ਦੁੱਖ ਨਹੀਂ ਸੀ ਹੁੰਦਾ। ਕੁਝ ਸਮੇਂ ਪਿੱਛੋਂ ਜਰਮਨ ਅਫਸਰ ਮੋਟਰਸਾਈਕਲਾਂ ਤੇ ਆਉਂਦੇ ਸਨ ਤੇ ਉਹ ਮਾਰਚ ਕਰਨ ਵਾਲਿਆਂ ਦੇ ਨਾਲ ਨਾਲ ਸਾਡੀ ਉਦਾਸੀਨਤਾ ਦੂਰ ਕਰਨ ਲਈ ਹੱਲਾਸ਼ੇਰੀ ਦਿੰਦੇ ਰਹਿੰਦੇ ਸਨ। ਤੁਰੇ ਚੱਲੋ, ਅਸੀਂ ਪਹੁੰਚਣ ਵਾਲੇ ਹੀ ਹਾਂ। ਹਿੰਮਤ ਰੱਖੋ, ਕੁਝ ਘੰਟੇ ਹੋਰ, ਅਸੀਂ ਗਲੀਵਿਟਸ ਪਹੁੰਚਣ ਵਾਲੇ ਹਾਂ। ਇਹ ਹੱਲਾਸ਼ੇਰੀ ਦੇ ਸ਼ਬਦ ਭਾਵੇਂ ਉਹ ਸਾਡੇ ਹਥਿਆਰਿਆਂ ਦੇ ਮੂੰਹੋਂ ਹੀ ਨਿਕਲਦੇ ਸਨ, ਸਾਨੂੰ ਬੜਾ ਫਾਇਦਾ ਕਰਦੇ ਸਨ। ਕੋਈ ਵੀ ਹੁਣ ਛੱਡਣਾ ਨਹੀਂ ਸੀ ਚਾਹੁੰਦਾ ਜਦੋਂ ਕਿ ਮੰਜ਼ਿਲ ਨੇੜੇ ਆ ਰਹੀ ਸੀ। ਸਾਡੀਆਂ ਅੱਖਾਂ ਗਲੀਵਿਟਸ ਕੈਂਪ ਦੀਆਂ ਕੰਡਿਆਲੀਆਂ ਤਾਰਾਂ ਲੱਭ ਰਹੀਆਂ ਸਨ। ਇੱਕੋ ਮਨਸ਼ਾ ਸੀ ਕਿ ਜਿੰਨੀ ਛੇਤੀ ਹੋ ਸਕੇ ਉੱਥੇ ਪਹੁੰਚਿਆ ਜਾਵੇ। ਰਾਤ ਹੋ ਚੁੱਕੀ ਸੀ, ਬਰਫ਼ ਪੈਣੀ ਰੁਕ ਗਈ ਸੀ। ਅਸੀਂ ਪਹੁੰਚਣ ਤੋਂ ਪਹਿਲਾਂ ਕਈ ਘੰਟੇ ਤੁਰੇ ਸਾਂ। ਸਾਨੂੰ ਕੈਂਪ ਦਾ ਪਤਾ ਨਾ ਲੱਗਾ ਜਿੰਨਾ ਚਿਰ ਅਸੀਂ ਉਹਦੇ ਵੱਡੇ ਗੇਟ ਅੱਗੇ ਨਹੀਂ ਸੀ ਪਹੁੰਚੇ। ਕੁਝ ਕਾਪੋ ਨੇ ਸਾਨੂੰ ਛੇਤੀ ਨਾਲ ਕੈਂਪ 'ਚ ਠਹਿਰਾਇਆ ਸੀ। ਅਸੀਂ ਬੈਰਕਾਂ 'ਚ ਪਹੁੰਚ ਚੁੱਕੇ ਸਾਂ। ਅਸੀਂ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਨ ਲੱਗ ਪਏ ਜਿਵੇਂ ਸਾਡੇ ਜੀਵਨ ਦਾ ਇਹ ਸਭ ਤੋਂ ਵੱਡਾ ਸਹਾਰਾ ਹੋਵੇ। ਅਸੀਂ ਦੁੱਖ ਨਾਲ ਦਰੜੇ ਹੋਏ ਸਰੀਰਾਂ ਦੇ ਉੱਤੋਂ ਦੀ ਲੰਘ ਰਹੇ ਸਾਂ। ਅਸੀਂ ਜ਼ਖਮੀ ਚਿਹਰਿਆਂ ਤੇ ਚੜ੍ਹ ਕੇ ਅੱਗੇ ਜਾ ਰਹੇ ਸਾਂ। ਕੋਈ ਕਰਾਹ ਨਹੀਂ ਸੀ ਰਿਹਾ, ਸਿਰਫ ਕੁਝ ਹੌਕੇ। ਮੈਨੂੰ ਤੇ ਮੇਰੇ ਪਿਤਾ ਜੀ ਨੂੰ ਪਿੱਛੋਂ ਆ ਰਹੀ ਲੋਕਾਂ ਦੀ ਛੱਲ ਨੇ ਹੇਠਾਂ ਸਿੱਟ ਲਿਆ ਸੀ। ਸਾਡੇ ਪੈਰਾਂ ਹੇਠੋਂ ਕਿਸੇ ਨੇ ਪੀੜ ਨਾਲ ਚੀਕਦਿਆਂ ਕਿਹਾ, ਤੁਸੀਂ ਮੈਨੂੰ ਦਰੜ ਕੇ ਮਾਰ ਦਿਓਗੇ, ਤਰਸ ਕਰੋ। ਆਵਾਜ਼ ਮੈਨੂੰ ਜਾਣੀ ਪਛਾਣੀ ਲੱਗੀ। ਤੁਸੀਂ ਮੈਨੂੰ ਦਰੜ ਕੇ ਮਾਰ ਦਿਓਗੇ, ਤਰਸ ਕਰੋ, ਤਰਸ ਕਰੋ। ਉਹ ਥੱਕੀ ਹੋਈ ਆਵਾਜ਼, ਕੁਝ ਭਰੜਾਈ ਜਿਹੀ, ਕਿਧਰੇ ਪਹਿਲਾਂ ਸੁਣੀ ਲੱਗਦੀ ਸੀ। ਇਹ ਆਵਾਜ਼ ਪਹਿਲਾਂ ਵੀ ਕਿਸੇ ਦਿਨ ਸੁਣੀ ਸੀ। ਕਿੱਥੇ, ਕਦੋਂ? ਕਈ ਸਾਲ ਪਹਿਲਾਂ? ਨਹੀਂ, ਇਹ ਤਾਂ ਕੈਂਪ ਵਿੱਚ ਹੀ ਸੁਣੀ ਲੱਗਦੀ ਸੀ। ਤਰਸ ਕਰੋ, ਹਾੜਾ। ਮੈਨੂੰ ਲੱਗਿਆ ਜਿਵੇਂ ਮੈਂ ਉਹਨੂੰ ਦਰੜ ਰਿਹਾ ਹੋਵਾਂ। ਕਿਤੇ ਉਹਦਾ ਸਾਹ ਤਾਂ ਨਹੀਂ ਬੰਦ ਕਰ ਰਿਹਾ। ਮੈਂ ਆਪਣੇ ਆਪ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਕਿ ਉਹਨੂੰ ਸਾਹ ਸੁਖਾਲਾ ਆਉਣ ਲੱਗ ਪਵੇ, ਪਰ ਮੈਂ ਤਾਂ ਆਪ ਹੀ ਦੂਜਿਆਂ ਦੇ ਸਰੀਰਾਂ ਹੇਠਾਂ ਦੱਬਿਆ ਪਿਆ ਸੀ। ਮੈਨੂੰ ਆਪ ਬੜੀ ਮੁਸ਼ਕਲ ਨਾਲ ਸਾਹ ਆ ਰਿਹਾ ਸੀ। ਮੈਂ ਅਣਪਛਾਤੇ ਚਿਹਰਿਆਂ ਤੇ ਆਪਣੇ ਨਹੁੰ ਖੁਭਾਉਣੇ ਸ਼ੁਰੂ ਕਰ ਦਿੱਤੇ। ਮੈਂ ਆਲੇ ਦੁਆਲੇ ਦੰਦੀਆਂ ਵੀ ਵੱਢੀਆਂ
ਤਾਂ ਕਿ ਮੈਨੂੰ ਮਾੜਾ ਮੋਟਾ ਸਾਹ ਆਵੇ। ਕਿਸੇ ਨੇ ਚੂੰ ਵੀ ਨਹੀਂ ਸੀ ਕੀਤੀ। ਮੈਨੂੰ ਅਚਾਨਕ ਯਾਦ ਆਇਆ, ਜੂਲੀਅਕ ਵਾਰਸਾ ਦੇ ਰਹਿਣ ਵਾਲਾ ਸੀ ਉਹ ਮੁੰਡਾ ਜਿਹੜਾ ਬੈਂਡ ਵਿੱਚ ਵਾਇਲਨ ਵਜਾਉਂਦਾ ਹੁੰਦਾ ਸੀ। ਬੂਨਾ, ਜੂਲੀਅਕ, ਇਹ ਤੂੰ ਹੈ? ਇਲੀਜ਼ਰ, 24 ਛਾਂਟਿਆਂ ਵਾਲੀ ਮਾਰ। ਹਾਂ, ਮੈਨੂੰ ਯਾਦ ਹੈ। ਉਹ ਚੁੱਪ ਕਰ ਗਿਆ। ਕਾਫੀ ਲੰਮਾ ਸਮਾਂ ਉਹ ਚੁੱਪ ਰਿਹਾ। ਜੂਲੀਅਕ, ਤੈਨੂੰ ਮੇਰੀ ਆਵਾਜ਼ ਸੁਣਦੀ ਹੈ ਜੂਲੀਅਕ? ਹਾਂ, ਉਹਨੇ ਬੜੀ ਕਮਜ਼ੋਰ ਜਿਹੀ ਆਵਾਜ਼ 'ਚ ਜਵਾਬ ਦਿੱਤਾ ਸੀ। ਤੈਨੂੰ ਕੀ ਚਾਹੀਦਾ? ਉਹ ਜੇ ਮਰਿਆ ਨਹੀਂ ਸੀ। ਕੀ ਹਾਲ ਹੈ ਤੇਰਾ ਜੂਲੀਅਕ? ਮੈਂ ਪੁੱਛਿਆ, ਸਿਰਫ ਜਵਾਬ ਲੈਣ ਲਈ ਨਹੀਂ, ਸਗੋਂ ਇਹ ਦੇਖਣ ਲਈ ਕਿ ਉਹ ਬੋਲ ਸਕਦਾ ਸੀ ਤੇ ਉਹ ਜਿਉਂਦਾ ਸੀ। ਮੈਂ ਠੀਕ ਹਾਂ ਇਲੀਜ਼ਰ, ਮੇਰੀ ਹਾਲਤ ਠੀਕ ਹੈ, ਸਾਹ ਨਹੀਂ ਆਉਂਦਾ, ਥੱਕ ਗਿਆ। ਮੇਰੇ ਪੈਰ ਸੁੱਜੇ ਹੋਏ ਨੇ, ਆਰਾਮ ਕਰਨਾ ਚਾਹੀਦਾ, ਪਰ ਮੇਰਾ ਵਾਇਲਨ। ਮੈਂ ਸੋਚਿਆ ਉਹਦਾ ਦਿਮਾਗ ਖਰਾਬ ਹੋ ਗਿਆ। ਇੱਥੇ ਇਹੋ ਜਿਹੀ ਥਾਂ ਵਿੱਚ ਵਾਇਲਨ? ਕੀ ਕਿਹਾ? ਤੇਰਾ ਵਾਇਲਨ? ਉਹਨੇ ਹੌਕਾ ਜਿਹਾ ਲਿਆ ਲੱਗਦਾ ਸੀ। ਮੈਨੂੰ ਡਰ ਲੱਗਦਾ ਹੈ ਕਿ ਉਹ ਮੇਰਾ ਵਾਇਲਨ ਤੋੜ ਦੇਣਗੇ। ਮੈਂ ਆਪਣਾ ਵਾਇਲਨ ਨਾਲ ਲੈ ਕੇ ਆਇਆ ਸੀ। ਮੈਂ ਉਹਨੂੰ ਜਵਾਬ ਨਹੀਂ ਸੀ ਦੇ ਸਕਿਆ। ਕੋਈ ਲੰਮਾ ਮੇਰੇ ਸਰੀਰ 'ਤੇ ਪਿਆ ਹੋਇਆ ਸੀ। ਮੇਰਾ ਚਿਹਰਾ ਵੀ ਉਹਨੇ ਢੱਕਿਆ ਹੋਇਆ ਸੀ। ਮੈਨੂੰ ਸਾਹ ਨਹੀਂ ਸੀ ਆ ਰਿਹਾ, ਨਾ ਮੂੰਹ ਤੋਂ ਨਾ ਨੱਕ ਤੋਂ। ਮੈਨੂੰ ਮੁੜਕਾ ਆ ਗਿਆ ਤੇ ਮੁੜਕਾ ਮੇਰੀ ਪਿੱਠ 'ਤੇ ਚੋਣ ਲੱਗ ਪਿਆ। ਲੱਗਦਾ ਸੀ ਹੁਣ ਸੜਕ ਇੱਥੇ ਖਤਮ ਹੈ, ਇੱਕ ਚੁੱਪ ਵਾਲੀ ਮੌਤ। ਸਾਹ ਨਾ ਆਉਣ ਕਰਕੇ ਕੋਈ ਰਾਹ ਨਹੀਂ ਸੀ ਕਿਸੇ ਨੂੰ ਆਵਾਜ਼ ਮਾਰੀ ਜਾਏ ਜਾਂ ਮਦਦ ਲਈ ਕਿਹਾ ਜਾਏ। ਮੈਂ ਆਪਣੇ ਨਾ ਦਿਸਣ ਵਾਲੇ ਕਾਤਲ ਨੂੰ ਪਾਸੇ ਹਟਾਉਣਾ ਚਾਹੁੰਦਾ ਸੀ। ਮੇਰੀ ਪੂਰੀ ਤਾਕਤ ਜਿਉਂਦੇ ਰਹਿਣ ਲਈ ਮੇਰੇ ਨਹੁੰਆਂ 'ਚ ਇਕੱਠੀ ਹੋ ਗਈ ਸੀ। ਮੈਂ ਨਹੁੰਆਂ ਨਾਲ ਖੁਰਚਣਾ ਸ਼ੁਰੂ ਕੀਤਾ। ਮੈਂ ਆਪਣੀ ਪੂਰੀ ਤਾਕਤ ਨਾਲ ਜ਼ੋਰ ਲਾ ਰਿਹਾ ਸੀ ਕਿ ਕਿਧਰੋਂ ਮਾੜਾ ਮੋਟਾ ਸਾਹ ਆ ਜਾਏ। ਮੈਂ ਉਸ ਸੜੀ ਹੋਈ ਚਮੜੀ ਨੂੰ ਖੁਰਚਣਾ ਸ਼ੁਰੂ ਕਰ ਦਿੱਤਾ, ਜਿਹੜਾ ਅੱਗੋਂ ਬਿਲਕੁਲ ਵੀ ਨਹੀਂ ਸੀ ਹਿੱਲ ਰਿਹਾ। ਮੈਂ ਕਿਸੇ ਤਰ੍ਹਾਂ ਵੀ ਉਸ ਭਾਰ ਨੂੰ ਨਹੀਂ ਸੀ ਪਾਸੇ ਕਰ ਸਕਿਆ ਜਿਹੜਾ ਮੇਰੀ ਹਿੱਕ 'ਤੇ ਪਿਆ ਸੀ ਤੇ ਜਿਹਨੇ ਮੇਰਾ ਸਾਹ ਬੰਦ ਕੀਤਾ ਹੋਇਆ ਸੀ। ਕੀ ਇਹ ਕੋਈ ਮੁਰਦਾ ਸੀ ਜਿਹੜਾ ਮੈਥੋਂ ਪਾਸੇ ਨਹੀਂ ਸੀ ਹੋ ਰਿਹਾ? ਕੌਣ ਜਾਣੇ। ਮੈਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ। ਮੈਂ ਇਹੋ ਕਹਿ ਸਕਦਾ ਕਿ ਮੈਂ ਜਿੱਤ ਗਿਆ ਸਾਂ। ਮੈਂ ਮੇਰੇ ਉੱਤੇ ਪਏ ਮਰੇ ਹੋਏ ਲੋਕਾਂ ਵਿੱਚੋਂ ਦੀ ਇੱਕ ਵਿਰਲ ਕਰਨ 'ਚ ਜ਼ਰੂਰ ਕਾਮਯਾਬ ਹੋ ਗਿਆ ਸਾਂ। ਮੈਨੂੰ ਮਾੜਾ ਮੋਟਾ ਸਾਹ ਆਉਣ ਲੱਗ ਪਿਆ ਸੀ। ਪਿਤਾ ਜੀ, ਕੀ ਹਾਲ ਹੈ ਤੁਹਾਡਾ? ਮੈਂ ਪੁੱਛਿਆ ਜਦੋਂ ਵੀ ਮੇਰੀ ਆਵਾਜ਼ ਨਿਕਲੀ। ਮੈਨੂੰ ਪਤਾ ਸੀ ਉਹ ਮੇਰੇ ਨੇੜੇ ਤੇੜੇ ਸਨ। ਠੀਕ ਹਾਂ, ਇੱਕ ਦੱਬੀ ਜਿਹੀ ਆਵਾਜ਼ ਆਈ, ਜਿਵੇਂ ਕਿਸੇ ਦੂਜੀ ਦੁਨੀਆ ਤੋਂ ਆਈ ਹੋਵੇ। ਮੈਂ ਸੌਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਹ ਵੀ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਕੀ ਠੀਕ ਸੀ, ਕੀ ਗਲਤ? ਇੱਥੇ ਕੋਈ ਸੌਂ ਵੀ ਸਕਦਾ? ਕੀ ਇਹ ਖਤਰਨਾਕ ਨਹੀਂ ਸੀ ਕਿ ਕੋਈ ਆਪਣੀ ਚੌਕਸੀ ਭੁੱਲ ਜਾਏ, ਭਾਵੇਂ ਇੱਕ ਪਲ ਲਈ ਸਹੀ, ਖਾਸ ਕਰ ਜਦ ਮੌਤ ਕਿਸੇ ਵੇਲੇ ਵੀ ਤੁਹਾਨੂੰ ਆ ਕੇ ਦਬੋਚ ਲਏਗੀ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮੈਨੂੰ ਵਾਇਲਨ ਦੀ ਆਵਾਜ਼ ਆਈ। ਇਸ ਹਨੇਰੇ ਕੋਠੇ 'ਚੋਂ ਵਾਇਲਨ ਦੀ ਆਵਾਜ਼, ਜਿੱਥੇ ਜਿਉਂਦਿਆਂ ਨੂੰ ਮੌਤ ਦੇ ਮੂੰਹ ਦਿੱਤਾ ਜਾ ਰਿਹਾ ਸੀ। ਕਿਹੜਾ ਪਾਗਲ ਇੱਥੇ ਇਸ ਵੇਲੇ ਵਾਇਲਨ ਵਜਾਏਗਾ, ਖਾਸ ਕਰ ਜਦੋਂ ਆਪਣੀ ਕਬਰ ਦੇ ਕਿਨਾਰੇ ਬੈਠਾ ਹੋਵੇ? ਜਾਂ ਇਹ ਕੋਈ ਵੱਡਾ ਭੁਲੇਖਾ ਸੀ? ਇਹ ਜ਼ਰੂਰ ਜੂਲੀਅਕ ਹੋਏਗਾ। ਉਹ ਬੀਥੋਵਨ ਦੇ ਕੰਸਰਟੋ ਵਿੱਚ ਇੱਕ ਟੁਕੜਾ ਵਜਾ ਰਿਹਾ ਸੀ। ਮੈਂ ਪਹਿਲਾਂ ਕਦੇ ਵੀ ਇੰਨਾ ਖਰਾ ਸੰਗੀਤ ਨਹੀਂ ਸੀ ਸੁਣਿਆ, ਤੇ ਉਹ ਵੀ ਇੰਨੀ ਇਕਾਂਤ ਵਿੱਚ। ਉਹਨੇ ਆਪਣੇ ਆਪ ਨੂੰ ਕਿਵੇਂ ਬਾਹਰ ਕੱਢਿਆ ਹੋਏਗਾ? ਉਹਦਾ ਸਰੀਰ ਮੇਰੇ ਹੇਠਾਂ ਸੀ, ਮੈਨੂੰ ਇਹਦਾ ਅਹਿਸਾਸ ਤੱਕ ਨਹੀਂ ਸੀ ਹੋਇਆ। ਘੁੱਪ ਹਨੇਰਾ ਸੀ ਤੇ ਮੈਨੂੰ ਸਿਰਫ ਵਾਇਲਨ ਦੀ ਧੁਨ ਸੁਣਾਈ ਦੇ ਰਹੀ ਸੀ, ਤੇ ਲੱਗਦਾ ਸੀ ਕਿ ਜੂਲੀਅਕ ਦੀ ਆਤਮਾ ਵਾਇਲਨ ਤੇ ਫਿਰ ਰਿਹਾ ਗੱਜ ਬਣੀ ਹੋਈ ਸੀ। ਉਹ ਜਿਵੇਂ ਆਪਣੀ ਜੀਵਨ ਦਾ ਸੰਗੀਤ ਵਜਾ ਰਿਹਾ ਹੋਵੇ, ਪੂਰਾ ਜੀਵਨ ਜਿਵੇਂ ਤਾਰਾਂ 'ਤੇ ਥਿਰਕਦਾ ਹੋਵੇ। ਉਹਦੀਆਂ ਮੁੱਕ ਚੁੱਕੀਆਂ ਉਮੀਦਾਂ, ਉਹਦਾ ਸੜ ਕੇ ਕੋਲੇ ਹੋਇਆ ਅਤੀਤ, ਉਹਦਾ ਬੁਝਿਆ ਹੋਇਆ ਭਵਿੱਖ ਉਹ ਵਜਾ ਰਿਹਾ ਸੀ ਜਿਵੇਂ ਉਹਨੇ ਫਿਰ ਕਦੇ ਵਾਇਲਨ ਨਹੀਂ ਸੀ ਵਜਾ ਸਕਣਾ। ਮੈਂ ਜੂਲੀਅਕ ਨੂੰ ਕਦੇ ਵੀ ਨਹੀਂ ਭੁੱਲਾਂਗਾ। ਮੈਂ ਉਹ ਸੰਗੀਤ ਕਿਵੇਂ ਭੁੱਲ ਸਕਦਾ ਜਿਹੜਾ ਮਰ ਰਹੇ ਤੇ ਮਰ ਚੁੱਕੇ ਲੋਕਾਂ ਨੇ ਸੁਣਾਇਆ ਗਿਆ ਸੀ। ਅੱਜ ਵੀ ਜਦੋਂ ਕਦੇ ਮੈਂ ਬੀਥੋਵਨ ਦਾ ਸੰਗੀਤ ਸੁਣਦਾ, ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ ਤੇ ਮੇਰੇ ਪੋਲੈਂਡ ਵਾਲੇ ਦੋਸਤ ਦਾ ਉਦਾਸ ਚਿਹਰਾ ਸਾਹਮਣੇ ਆ ਜਾਂਦਾ ਹੈ ਕਿ ਕਿਵੇਂ ਉਹਨੇ ਮਰ ਰਹੇ ਤੇ ਮਰੇ ਹੋਏ ਲੋਕਾਂ ਨੂੰ ਉਹ ਸੰਗੀਤ ਸੁਣਾਇਆ ਸੀ, ਉਹ ਵੀ ਵਾਇਲਨ ਤੇ ਅਲਵਿਦਾ ਕਹਿ ਕੇ। ਮੈਨੂੰ ਨਹੀਂ ਪਤਾ ਕਿ ਕਿੰਨਾ ਚਿਰ ਉਹ ਵਜਾਉਂਦਾ ਰਿਹਾ ਸੀ।
ਮੈਨੂੰ ਤਾਂ ਨੀਂਦ ਨੇ ਆ ਕੇ ਦੱਬ ਲਿਆ ਸੀ। ਜਦੋਂ ਦਿਨ ਵੇਲੇ ਮੇਰੀ ਅੱਖ ਖੁੱਲ੍ਹੀ ਤਾਂ ਜੂਲੀਅਟ ਮੇਰੇ ਸਾਹਮਣੇ ਲੰਮਾ ਪਿਆ ਸੀ, ਮਰਿਆ ਹੋਇਆ। ਉਹਦੇ ਨੇੜੇ ਹੀ ਉਹਦਾ ਵਾਇਲਨ ਪਿਆ ਸੀ, ਟੁੱਟਿਆ ਹੋਇਆ, ਦਰੜਿਆ ਹੋਇਆ। ਕਿੰਨਾ ਅਜੀਬ ਗਲਬਾ, ਨਿੱਕਾ ਜਿਹਾ ਮੁਰਦਾ। ਧੰਨਵਾਦ।